ਦਲੀਲ ਵਿੱਚ ਤੁਹਾਡਾ ਸਵਾਗਤ ਹੈ ਤੇ ਮੈਂ ਹਾਂ ਐਸਪੀ ਸਿੰਘ। ਦਿੱਲੀ ਵਿੱਚ ਤੇ ਹੋਰਨਾਂ ਵੱਡੇ ਸ਼ਹਿਰਾਂ ਵਿੱਚ ਵੀ ਅਫਰੀਕਾ ਮੂਲ ਦੇ ਲੋਕਾਂ ਤੇ ਹਮਲੇ ਦੀ ਖਬਰ ਆਏ ਦਿਨ ਸੁਰਖੀਆਂ ਵਿੱਚ ਹੁੰਦੀ ਹੈ। ਹੁਣ ਤੁਸੀਂ ਅੱਜਕੱਲ ਸੁਰਖੀਆਂ ਪੜ੍ਹ ਰਹੇ ਹੋ। 10 ਕੁ ਦਿਨ ਪਹਿਲੇ ਲੰਘੀ 20 ਮਈ ਨੂੰ ਕੋਂਗੋ ਦੇ ਇੱਕ ਨੌਜਵਾਨ ਨੂੰ ਦਿੱਲੀ ਵਿੱਚ ਕੁੱਟ-ਕੁੱਟ ਕੇ ਭੀੜ ਨੇ ਮਾਰ ਦਿੱਤਾ। ਕੋਂਗੋ ਅਫਰੀਕਾ ਵਿੱਚ ਹੈ। ਦਿੱਲੀ ਵਿੱਚ ਹੀ ਹਫ਼ਤਾ ਭਰ ਪਹਿਲੇ 6 ਅਫਰੀਕਨ ਸਟੂਡੈਂਟਸ ਤੇ ਅਟੈਕ ਹੋਇਆ ਸੀ। ਹੈਦਰਾਬਾਦ ਵਿੱਚ ਇੱਕ ਅਫਰੀਕਨ ਸਟੂਡੈਂਟ ਨੂੰ ਪਾਰਕਿੰਗ ਨੂੰ ਲੈ ਕੇ ਝਗੜਾ ਹੋਇਆ, ਉਹਦੇ ਵਿੱਚ ਕੁੱਟ ਦਿੱਤਾ ਗਿਆ। ਅਫਰੀਕਨ ਦੇਸ਼ਾਂ ਦੇ ਰਾਜਦੂਤਾਂ ਨੇ ਸਖਤ ਸਟੈਂਡ ਲਿਆ। ਆਏ ਦਿਨ ਹੁੰਦੀ ਇਸ ਨਸਲੀ ਹਿੰਸਾ ਤੇ ਰੋਸ ਜਤਾਇਆ। ਅਫਰੀਕਾ ਡੇ ਵਾਲੇ ਸਮਾਗਮ ਦਾ ਬਾਇਕਾਟ ਕਰਨ ਦੀ ਧਮਕੀ ਦਿੱਤੀ ਹੈ ਤਾਂ ਜਾ ਕੇ ਸਰਕਾਰ ਨੇ ਕੁਝ ਚੁਸਤੀ ਫੜੀ ਹੈ। ਹੁਣ ਰਾਸ਼ਟਰਪਤੀ ਨੇ ਹਿੰਦ ਅਫਰੀਕਾ ਸਬੰਧਾਂ ਵੱਲ ਧਿਆਨ ਦਿਵਾਇਆ। ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਕਿਹਾ ਬੰਦੋਬਸਤ ਕੀਤੇ ਜਾ ਰਹੇ ਨੇ ਕਿ ਅਫਰੀਕਾ ਮੂਲ ਦੇ ਲੋਕ ਸੁਰੱਖਿਅਤ ਮਹਿਸੂਸ ਕਰਨ। ਪਰ ਆਵਾਜ਼ਾਂ ਹੋਰ ਵੀ ਸੁਣਾਈ ਦੇ ਰਹੀਆਂ ਨੇ ਤੇ ਉਹ ਥੋੜ੍ਹੀਆਂ ਜ਼ਿਆਦਾ ਦਿਲਚਸਪ ਨੇ। ਇੱਕ ਮੰਤਰੀ ਸਾਹਿਬ ਨੇ ਕਿਹਾ ਹੈ ਐਵੇਂ ਰੌਲਾ ਜ਼ਿਆਦਾ ਹੈ, ਵਧਾ ਚੜਾ ਕੇ ਖਬਰਾਂ ਛਪ ਰਹੀਆਂ ਨੇ, ਕੋਈ ਖਾਸ ਗੱਲ ਨਹੀਂ ਹੋਈ। ਕਲਚਰ ਤੇ ਟੂਰਿਜ਼ਮ ਦੇ ਮਿਨਿਸਟਰ ਨੇ ਸਾਡੇ ਮਹੇਸ਼ ਸ਼ਰਮਾ ਜੀ ਸੱਭਿਆਚਾਰ ਮਸਲਿਆਂ ਦੇ ਤੇ ਦੇਸ਼ ਦੇ ਵਿੱਚ ਸੈਰ ਸਪਾਟਾ ਨੂੰ ਵਧਾਵਾ ਦੇਣ ਲਈ ਉਹਨਾਂ ਨੇ ਕਿਹਾ ਅਫਰੀਕਾ ਵਿੱਚ ਕਿਹੜਾ ਸਾਰੇ ਸੁਰੱਖਿਅਤ ਨੇ, ਇਹਦੇ ਨਾਲ ਸ਼ਾਇਦ ਸੈਰ ਸਪਾਟਾ ਜ਼ਿਆਦਾ ਨਾ ਵਧੇ। ਪਰ ਇੱਕ ਗੱਲ ਜ਼ਾਹਿਰ ਹੈ ਕਿ ਨਸਲੀ ਹਿੰਸਾ ਨਾ ਵੇਖੋ ਤਾਂ ਫਿਰ ਸਭ ਤੇ ਠੀਕ ਹੀ ਹੈ ਨਾ। ਅਸੀਂ ਕੋਈ ਨਸਲਵਾਦ ਆ, ਅਸੀਂ ਨਸਲਵਾਦ ਕਰਦੇ ਹਾਂ। ਮਹਾਤਮਾ ਗਾਂਧੀ ਦਾ ਨਾਮ ਸੁਣਿਆ ਕਿ ਨਹੀਂ? ਅਸੀਂ ਤਾਂ ਨਸਲਵਾਦ ਦੇ ਵਿਰੁੱਧ ਲੜਦੇ ਹਾਂ। ਵੈਸੇ ਅਸੀਂ ਕਾਲਾ ਗੋਰਾ ਵੇਖ ਕੇ ਵਿਆਹ ਕਰਵਾਉਂਦੇ ਹਾਂ, ਗੋਰਾ ਕਰ ਦੇਣ ਦਾ ਵਾਅਦਾ ਕਰਨ ਵਾਲੀਆਂ ਕਰੀਮਾਂ ਵੇਚਦੇ ਖਰੀਦਦੇ ਮੂੰਹ ਤੇ ਮਲਦੇ ਹਾਂ। ਕੁੜੀ ਸਾਡੀ ਕਿੱਡੀ ਗੋਰੀ ਹੈ ਮੈਟਰੀਮੋਨੀਅਲ ਵਾਲੇ ਇਸ਼ਤਿਹਾਰ ਵਿੱਚ ਲਿਖਦੇ ਹਾਂ, ਗੋਰੀ ਮੇਮ ਚਿੱਟੀਆਂ ਕਲਾਈਆਂ, ਕੀ ਦੱਸਾਂ ਤੁਹਾਨੂੰ ਤੇ ਗਾ ਕੇ ਵੀ ਸੁਣਾਉਣਾ ਆਉਂਦਾ। ਫਿਰ ਨਸਲੀ ਭੇਦਭਾਵ ਕਿਸ ਨੂੰ ਕਹਿੰਦੇ ਨੇ? ਜਨਮ ਆਧਾਰਿਤ ਤਾਂ ਹੁੰਦੀ ਹੈ ਨਸਲ, ਜਨਮ ਤੋਂ ਕਾਲਾ ਜਨਮ ਤੋਂ ਗੋਰਾ, ਤੇ ਜਨਮ ਆਧਾਰਿਤ ਹੀ ਤਾਂ ਹੁੰਦੀ ਹੈ ਜਾਤ। ਪੰਜਾਬੀ ਹਿੰਦੀ ਅੰਗਰੇਜ਼ੀ ਦੀ ਨੇੜੇ ਪਈ ਕੋਈ ਵੀ ਅਖਬਾਰ ਖੋਲ ਕੇ ਵੇਖੋ, ਰਿਸ਼ਤੇ ਹੀ ਰਿਸ਼ਤੇ ਵਾਲੇ ਇਸ਼ਤਿਹਾਰ ਜਾਤ ਦੇ ਹਿਸਾਬ ਨਾਲ ਵੱਖ-ਵੱਖ ਛਾਪੇ ਜਾਂਦੇ ਨੇ। ਜੱਟ ਦੀ ਟੌਰ, ਜੱਟ ਦੀ ਡਾਂਗ, ਜੱਟ ਦੀ ਕੰਬਾਈਨ, ਇਹਦੇ ਵਿੱਚ ਨਸਲਵਾਦ ਹੈ ਕਿ ਨਹੀਂ? ਕੀ ਅਸੀਂ ਰੇਸਿਸਟ ਹਾਂ? ਕੀ ਅਸੀਂ ਨਸਲ ਦੇ ਆਧਾਰ ਤੇ ਵਿਤਕਰਾ ਕਰਨ ਵਾਲੇ ਲੋਕ ਹਾਂ ਜੋ ਅਫਰੀਕਨ ਮੂਲ ਵਾਲਿਆਂ ਨਾਲ ਕਰ ਰਹੇ ਨੇ ਕੁਝ ਲੋਕ? ਉਹ ਅਸੀਂ ਵੱਡੀ ਗਿਣਤੀ ਵਿੱਚ ਆਪਣੇ ਹੀ ਲੋਕਾਂ ਨਾਲ ਸਦੀਆਂ ਤੋਂ ਨਹੀਂ ਕਰ ਰਹੇ। ਰੇਸ ਤੇ ਕਾਸਟ, ਨਸਲ ਤੇ ਜਾਤੀ, ਇਹਨਾਂ ਵਿੱਚ ਕਿੱਥੇ ਆ ਫਰਕ? ਅੱਜ ਇਸ ਸਭ ਤੇ ਚਰਚਾ ਕਰਾਂਗੇ। ਸਾਡੇ ਨਾਲ ਇਸ ਚਰਚਾ ਵਿੱਚ ਜੁੜ ਰਹੇ ਨੇ ਅੰਬੁਜ ਸ਼ਰਮਾ ਜੀ, ਫਿਲਾਸਫੀ ਦੇ ਤਾਉਮਰ ਵਿਦਿਆਰਥੀ ਤੇ ਅਧਿਆਪਕ ਨੇ। ਅੰਬੁਜ ਸ਼ਰਮਾ ਜੀ ਹਿੰਦੁਸਤਾਨ ਦੀ ਰਾਜਨੀਤੀ ਨੂੰ ਬੜੀ ਨੇੜਿਓਂ ਪੜ੍ਹਦੇ ਵਾਚਦੇ ਨੇ। ਇਹਨਾਂ ਤੋਂ ਪੁੱਛਾਂਗੇ ਸਾਡੀ ਰਾਜਨੀਤੀ ਵਿੱਚ ਤੇ ਸਾਡੇ ਸਮਾਜ ਵਿੱਚ ਇਹ ਤਹਿਾਂ ਕਿੱਥੇ ਪਈਆਂ ਨੇ ਜਿੱਥੇ ਇਸ ਕਿਸਮ ਦੇ ਵਿਤਕਰੇ ਉੱਠ ਕੇ ਬਾਹਰ ਆਉਂਦੇ ਨੇ। ਸਾਡੇ ਨਾਲ ਜੁੜ ਰਹੇ ਨੇ ਕਮਲਜੀਤ ਜੀ। ਕਮਲਜੀਤ ਜੀ CPI ML ਦੇ ਨਾਲ ਜੁੜੇ ਨੇ, ਐਕਟਿਵਿਸਟ ਨੇ। ਜਾਤ ਆਧਾਰਿਤ ਪੰਜਾਬ ਦੇ ਵਿੱਚ ਜਗ੍ਹਾ ਜਗ੍ਹਾ ਤੇ ਹੁੰਦੀਆਂ ਲੜਾਈਆਂ ਵਿੱਚ ਮੋਹਰਲੀਆਂ ਸਫਾਂ ਤੇ ਲੜਨ ਵਾਲੇ ਲੋਕਾਂ ਵਿੱਚੋਂ ਨੇ। ਇਹਨਾਂ ਤੋਂ ਪੁੱਛਾਂਗੇ ਅੱਜ ਦੀ ਸਾਡੀ ਨੌਜਵਾਨ ਪੀੜ੍ਹੀ ਇਸ ਕਿਸਮ ਦਾ ਹਿਸਟੋਰੀਕਲ ਲਗੇਜ ਲੈ ਕੇ ਕਿਵੇਂ ਜੀ ਰਹੀ ਹੈ। ਸਾਡੇ ਨਾਲ ਜੁੜ ਰਹੇ ਨੇ ਅਰਜੁਨ ਸ਼ੇਰਾਂ ਜੀ। ਅਰਜੁਨ ਸ਼ੇਰਾਂ ਜੀ ਪੇਸ਼ੇ ਤੋਂ ਵਕੀਲ ਨੇ, ਪੀਪਲਜ਼ ਯੂਨੀਅਨ ਆਫ ਸਿਵਲ ਲਿਬਰਟੀਜ਼ ਨਾਲ ਜੁੜੇ ਹੋਏ ਨੇ। ਜ਼ਾਹਿਰ ਹੈ ਇਸ ਕਿਸਮ ਦੀਆਂ ਹੱਕ ਸੱਚ ਲਈ ਲੜਾਈਆਂ ਦਾ ਹਿੱਸਾ ਨੇ। ਸਾਡੇ ਨਾਲ ਜੁੜ ਰਹੇ ਨੇ ਥੀਏਟਰ ਦੀ ਦੁਨੀਆ ਤੋਂ ਸ਼ਬਦੀਸ਼ ਜੀ। ਤੇ ਡਰਾਮਾ ਹੀ ਤਾਂ ਹੋ ਰਿਹਾ ਦਿੱਲੀ ਦੀਆਂ ਸੜਕਾਂ ਤੋਂ ਲੈ ਕੇ ਤੇ ਬਲਦ ਕਲਾਂ ਦੀਆਂ ਲੜਾਈਆਂ ਤੱਕ। ਇਹਨਾਂ ਨਾਲ ਨਸਲ ਦਾ ਕੀ ਸੰਬੰਧ ਹੈ? ਇਹਦੇ ਤੇ ਇਹਨਾਂ ਕੋਲ ਆਵਾਂਗੇ। ਪਰ ਅੰਬੁਜ ਜੀ, ਦੇਸ਼ ਦੇ ਵਿੱਚ ਜਿੰਨਾ ਸ਼ੋਰ ਪਿਆ ਕਿ ਅਫਰੀਕਾ ਮੂਲ ਦੇ ਲੋਕਾਂ ਨੂੰ ਇਸ ਤਰੀਕੇ ਨਾਲ ਤੰਗ ਕੀਤਾ ਜਾ ਰਿਹਾ, ਮਾਰਿਆ ਕੁੱਟਿਆ ਜਾ ਰਿਹਾ ਨਸਲ ਦੇ ਆਧਾਰ ਤੇ, ਕਿਸੇ ਨੂੰ ਇਸ ਤੇ ਇਤਰਾਜ਼ ਨਹੀਂ ਕਿ ਨਸਲੀ ਵਿਤਕਰਾ ਨਹੀਂ ਹੋਣਾ ਚਾਹੀਦਾ। ਪਰ ਫਿਰ ਮੀਡੀਆ ਚੀਜ਼ਾਂ ਨੂੰ ਬੈਲੈਂਸ ਕਰਦਾ। ਦੇਖੋ ਜੀ ਸਟੋਰੀ ਦੇ 2 ਹਿੱਸੇ ਨੇ, ਦੇਖੋ ਜੀ ਉਹ ਵੀ ਸ਼ੋਰ ਬੜਾ ਕਰਦੇ ਨੇ, ਲੇਟ ਨਾਈਟ ਪਾਰਟੀਆਂ ਕਰਦੇ ਨੇ, ਕਿਧਰੇ ਨਾ ਕਿਧਰੇ ਜਸਟੀਫਿਕੇਸ਼ਨਾਂ ਲੱਭੀਆਂ ਜਾਂਦੀਆਂ ਨੇ। ਇੱਕ ਤਾਂ ਤੁਹਾਡੇ ਤੋਂ ਇਹਦੇ ਤੇ ਵਿਊ ਚਾਹਾਂਗੇ ਕਿ ਕਿਹੜੀਆਂ ਉਹ ਚੀਜ਼ਾਂ ਨੇ ਜਿਹਦੇ ਨਾਲ ਮੈਂ ਜਸਟੀਫਾਈ ਕਰ ਸਕਦਾ ਅਫਰੀਕਨ ਮੂਲ ਦੇ ਕਿਸੇ ਵਿਅਕਤੀ ਨੂੰ ਕੁੱਟਣਾ। ਆਫਟਰ ਆਲ ਅਸੀਂ ਆਪਸ ਵਿੱਚ ਵੀ ਤਾਂ ਲੜਦੇ ਹੀ ਹਾਂ, ਉਸ ਕਿਸਮ ਦੀ ਲੜਾਈ ਉੱਥੇ ਹੋ ਗਈ ਹੋਵੇਗੀ। ਕੀ ਇਹ ਸਵਾਲ ਜਾਇਜ਼ ਨੇ? ਤੇ ਦੂਸਰਾ, ਜਿਹੜਾ ਅਸੀਂ ਜਾਤ ਆਧਾਰਿਤ ਸਾਡੇ ਵਿਤਕਰੇ ਨੇ, ਕੀ ਇਹਨਾਂ ਦਾ ਨਸਲ ਦੇ ਨਾਲ ਡਾਇਰੈਕਟਲੀ ਕੋਈ ਸੰਬੰਧ ਹੈ ਨਸਲੀ ਵਿਤਕਰੇ ਨਾਲ? एसपी, सबसे पहले तो मैं इस बात की निंदा करना चाहूँगा जो भी हुआ हमारे देश में, और ये सवाल भी रखना चाहूँगा कि महात्मा गांधी जिन्होंने लगभग 20 वर्ष अफ्रीका में रहकर असमानता के सवाल को इतनी मतलब संघर्ष के साथ रखा और पूरा स्वतंत्रता के समय में हम देख रहे हैं इतनी बड़ी पहल की उस देश में, अफ्रीका के स्टूडेंट्स यहाँ पर उस हिंसा का
शिकार होते हैं, ये हमारी राजनीतिक व्यवस्था पर, ये हमारी संस्कृति के सवाल को समझने पर एक बहुत बड़ा सवाल है। मुझे लगता है कि ये जो हिंसा है, ये इस पर सवाल करना बहुत ज़रूरी है कि ये नस्ली, जैसा कि आप कह भी रहे हैं, कि आखिर इस नस्लवाद के पीछे की हिंसा के कारण क्या हैं। क्या इसे सिर्फ हम एक आपस में दो लोगों के बीच का झगड़ा देख सकते हैं, या ये इससे आगे है? और ये मुझे जहाँ तक लगता है कि ये इससे आगे के सवाल हैं जिनको आज इस माध्यम से जोड़ना बहुत गंभीर है। हमारे देश की राजनीतिक चर्चाओं में ये बात प्रमुखता से सोचनी होगी कि हम संस्कृति को किस तरीके से समझते हैं और उसके प्रति हमारी क्या संवेदनाएं हैं, और उसमें मेरा और दूसरे का सवाल कैसा है। और मेरे और दूसरे के सवाल में वो एक नेशनैलिटीज़ ही नहीं होंगी, वो रीजनैलिटीज़ भी होंगी। उस रीजन के साथ साथ, उस संस्कृति के साथ साथ जो वितकरे के दूसरे पैमाने हैं, जिन्हें कहीं पर हम सेलिब्रेट करते हैं और कहीं पर हम किसी एकेडमिक फोरम में उसकी निंदा भी करते हैं। मसलन मैं कास्ट के सवाल को जोड़ना चाहूँगा। मैं अपने ही देश में नॉर्थ ईस्ट के जो विद्यार्थी हैं उनके साथ जो यहाँ पर एक वितकरा किया जाता है और किन किन शब्दों से उन्हें बुलाया जाता है, और पीछे अभी अरुणाचल के एक स्टूडेंट की और पंजाब में भी एक स्टूडेंट की बेरहमी से हत्या हो गई, और सवाल आता है कि ये हमारी संस्कृति इनके साथ जुड़ती फॉरेनर भी नहीं हैं। तो क्या हम उस संस्कृति को केवल भाषा तक सीमित करेंगे? क्या उस संस्कृति को हम सिर्फ पहरावे और खान पान तक सीमित करेंगे? और इसमें हम किस तरह से अपने देश की सियासत को देखेंगे, और सियासत इस पर किस तरीके के सवाल आगे रख रही है? कमलजीत, जे ये नस्ली वितकरा है, नस्ल तो साडी फिर वैसटर्न कॉकेशियन वाइट्स तो अलग है, पर किसी वाइट कॉकेशियन ते उस तरीके के हमले नहीं हो रहे। देश मेरे विच, दिल्ली विच, बंबई विच तां तमाम देशों के लोग ने, इंग्लैंड तो, अमेरिका तो, सारे यूरोपीयन कंट्रीज़ तो लोग ने। ये नस्ले, ये ਜਿਹੜੇ सारे हमले ने, ये ਜਿਹੜੇ डार्क स्किन्ड लोगों के उत्ते ही क्यों हो रहे हैं, अफ्रीकन मूल के लोगों के उत्ते ही क्यों हो रहे हैं, तो जी इन्होंने गल की कि नॉर्थ ईस्ट के लोगों के हमले हो रहे हैं, वो अपने देश के लोगों के उत्ते असीं किवें हमले कर रहे हैं? ਮੈਨੂੰ ਇਹ ਲੱਗਦਾ ਵੀ ਇਸ ਦੇ ਬੀਜ ਸਾਡੀ ਇੱਥੇ ਦੀ ਜਿਹੜੀ ਇੱਕ ਭਾਰੂ ਸਾਈਕੀ, ਜਿਹਨੂੰ ਅੱਜ ਦੀ ਸਰਕਾਰ ਜਿਹੜੀ ਹੈ ਉਹ ਕਲਚਰਲ ਨੈਸ਼ਨਲਿਜ਼ਮ ਦੇ ਰੂਪ ਦੇ ਵਿੱਚ ਪ੍ਰੋਜੈਕਟ ਵੀ ਬੜਾ ਕਰ ਰਹੀ ਹੈ, ਉਸ ਨੂੰ ਬੜਾ ਫਲੋਰਿਸ਼ ਕਰਵਾਇਆ ਜਾ ਰਿਹਾ ਹੈ। ਉਸ ਸਾਈਕੀ ਦੇ ਵਿੱਚ ਇੱਕ ਪਿੱਛੇ ਹੀ ਕਿਧਰੇ ਪਿਆ ਸਾਡੇ ਇੱਥੇ ਯਵਨ, ਰਾਖਸ਼ਸ, ਦੈਂਤ, ਕਿਹਨੂੰ ਕਿਹਾ? ਜਿਵੇਂ ਜਿਵੇਂ ਤੁਸੀਂ ਬੋਲ ਰਹੇ ਹੋ, ਮੇਰੇ ਦਿਮਾਗ 'ਚ ਸਾਰੇ ਜਿਹੜੀਆਂ ਇਮੇजेस ਨੇ ਉਹ ਬੜੇ ਡਾਰਕ ਆ ਰਹੇ ਨੇ। ਬਿਲਕੁਲ। ਸਾਡੇ ਇੱਥੇ ਜਿਹੜੀ ਵੇਦਾਂ ਦੇ ਨਾਲ ਜੁੜੀ ਸੰਸਕ੍ਰਿਤੀ ਹੈ, ਜਿਹਨੂੰ ਅੰਬੇਦਕਰ ਹੋਣਾ ਨੇ ਕਿਹਾ ਸਾਨੂੰ ਸ਼ਾਸਤਰਾਂ ਨੂੰ ਰੱਦ ਕਰਨਾ ਪਏਗਾ, ਕਿਉਂਕਿ ਇਹ ਗੱਲ ਉਦੋਂ ਵੀ ਉਹਨਾਂ ਨੇ ਮਹਿਸੂਸ ਕਰ ਲਈ ਸੀ ਕਿ ਸ਼ਾਸਤਰਾਂ ਨੇ ਸਾਡੇ ਸਮਾਜ ਦੀ ਸਾਈਕੀ ਦੇ ਵਿੱਚ ਇਸ ਗੱਲ ਨੂੰ ਸਥਾਪਿਤ ਕੀਤਾ ਹੋਇਆ ਕਿ ਇੱਕ ਹਿੱਸਾ ਬੜਾ ਸੁਪੀਰੀਅਰ ਹੈ, ਜਿਹਦੇ ਬਾਰੇ ਜਿਹਨੂੰ ਕਈ ਲੋਕ ਆਰੀਅਨ ਇਨਵੇਜਨ ਥਿਊਰੀ ਕਹਿੰਦੇ ਨੇ, ਵੀ ਉਹ ਇੱਕ ਨਸਲ ਹੈ ਜਿਹੜੀ ਬੜੀ ਸੁਪੀਰੀਅਰ ਹੈ, ਤੇ ਇੱਕ ਹੋਰ ਨਸਲ ਹੈ ਜਿਹੜੀ ਇੱਥੇ ਦੀ ਪਹਿਲਾਂ ਐਥਨਿਕ ਹੈ, ਉਹਨੂੰ ਅਸੀਂ ਦਬਾ ਕੇ ਰੱਖਣਾ। ਹੁਣ ਇਹਦੇ ਤੇ ਬਹੁਤ ਸਾਰੇ ਅਪਰੋਚਸ ਹੋ ਸਕਦੀਆਂ ਨੇ, ਲੇਕਿਨ ਇਹ ਜ਼ਰੂਰ ਹੈ ਕਿ ਇਸ ਦੇ ਬੀਜ ਕਿਤੇ ਇਸ ਸਾਈਕੀ ਦੇ ਵਿੱਚ ਪਏ ਨੇ ਕਿ ਸਾਡੇ ਇੱਥੇ ਦੇ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਸ਼ਾਸਤਰ ਨੇ, ਈਵਨ ਕਿ ਉਹਨਾਂ ਨੇ ਜਿਹੜੀ ਲੋਕਾਂ ਦੇ ਵਿੱਚ ਆਸਤਿਕ ਤੇ ਨਾਸਤਿਕ ਦੀ ਧਾਰਨਾ ਹੈ ਉਹ ਵੀ ਇੱਥੋਂ ਤੈਅ ਕੀਤੀ ਕਿ ਕੌਣ ਵੇਦਾਂ ਦੇ ਹੱਕ 'ਚ ਖੜਾ ਹੈ ਤੇ ਕੌਣ ਵੇਦ ਨਿੰਦਕ ਹੈ। ਜਿਹੜਾ ਹੱਕ 'ਚ ਖੜਾ ਹੈ ਉਹ ਸਾਰੇ ਆਸਤਿਕ ਨੇ, ਤੇ ਜਿਹੜਾ ਨਿੰਦਕ ਹੈ ਉਹ ਨਾਸਤਿਕ ਹੈ। ਇਹ ਸਾਰੀਆਂ ਤਾਂ ਉਸ ਵੇਲੇ ਕੰਸੀਡਰੇਸ਼ਨਸ ਨਹੀਂ ਸਨ ਜਿਸ ਵੇਲੇ ਭੀੜ ਕਿਸੇ ਬਲੈਕ ਆਦਮੀ ਦੇ ਉੱਤੇ ਉਸ ਮੌਕੇ ਦੇ ਉੱਤੇ ਕੋਈ ਭੀੜ ਕਦੀ ਤੰਜ਼ਾਨੀਅਨ ਮਹਿਲਾ ਨੂੰ ਕੁੱਟਿਆ ਮਾਰਿਆ ਗਿਆ, ਉਹਦੇ ਕੱਪੜੇ ਫਾੜ ਦਿੱਤੇ ਗਏ, ਇਨਸਲਟ ਕੀਤੀ ਗਈ, ਪਰੇਡ ਕੀਤਾ ਗਿਆ। ਇਸ ਕੋਂਗੋ ਦੇ ਵਿਅਕਤੀ ਨੂੰ ਔਰ ਉਹਨੂੰ ਤਮਾਮ ਲੋਕਾਂ ਨੂੰ ਨਾਈਜੀਰੀਅਨ ਕਹਿ ਕੇ ਭੰਡਿਆ ਜਾਏ। ਬਿਲਕੁਲ ਇੱਕ ਸਟੀਰੀਓਟਾਈਪਿੰਗ ਕਰ ਦਿੱਤੀ ਗਈ ਕਿ ਨਾਈਜੀਰੀਅਨ ਹੁੰਦੇ ਨੇ, ਨਾਈਜੀਰੀਅਨ ਐਗਰੈਸਿਵ ਹੁੰਦੇ ਨੇ, ਇਹ ਸਾਰੇ ਨਾਈਜੀਰੀਅਨ ਨੇ। ਹੁਣ ਸਾਨੂੰ ਜਾਂ ਅਫਰੀਕਨ ਸ਼ਬਦ ਪਤਾ ਹੈ, ਲੋਕਾਂ ਨੂੰ ਇਹ ਕਿੱਥੇ ਬੁਰੂੰਦੀ ਹੈ, ਕਿੱਥੇ ਕੋਂਗੋ ਹੈ, ਸ਼ਾਇਦ ਪਤਾ ਵੀ ਨਹੀਂ ਹੈ। ਸ਼ਾਇਦ ਬਹੁਤ ਸਾਰੇ ਲੋਕ ਜਿਹੜੇ ਹਮਲਾ ਕਰਨ ਜਾ ਰਹੇ ਨੇ ਉਹਨਾਂ ਨੂੰ ਨਕਸ਼ੇ ਦਾ ਪਤਾ ਵੀ ਨਾ ਹੋਵੇ ਕਿ ਉਹ ਕਿੱਥੋਂ ਦੇ ਕਿਸ ਭਾਗ ਦੇ ਨੇ, ਲੇਕਿਨ ਉਹਨਾਂ ਨੇ ਨਕਸ਼ਾ ਦੇਖ ਕੇ ਤਾਂ ਤੈਅ ਹੀ ਨਹੀਂ ਕੀਤਾ, ਉਹਨਾਂ ਨੇ ਰੰਗ ਦੇਖ ਕੇ ਤੈਅ ਕੀਤਾ, ਜਿਸ ਨੂੰ ਤੈਅ ਕਰਨ ਦੀ ਆਦਤ ਉਹਨਾਂ ਨੂੰ ਸੰਸਕ੍ਰਿਤਿਕ ਤੌਰ ਦੇ ਉੱਤੇ ਉਹਨਾਂ ਦੇ ਦਿਮਾਗਾਂ ਦੇ ਵਿੱਚ ਕਿਤੇ ਨਾ ਕਿਤੇ ਦਰਜ ਕਰਵਾ ਦਿੱਤੀ ਗਈ, ਜਿਹਦੇ ਕਰਕੇ ਅਸੀਂ ਸਮਝਦੇ ਹਾਂ ਵੀ ਇਹ ਡੂੰਘਾ ਇੱਕ ਮਸਲਾ ਜਿਹੜਾ ਸਾਡੀ ਸਾਈਕੀ ਦੇ ਵਿੱਚ, ਸਾਡੇ ਇੱਥੇ ਦੇ ਇੱਕ ਵੱਡੇ ਹਿੱਸੇ ਦੀ ਭਾਰੂ ਸਾਈਕੀ ਦੇ ਵਿੱਚ ਬੈਠਾ ਹੋਇਆ ਹੈ ਕਿ ਇੱਕ ਨਸਲ ਸੁਪੀਰੀਅਰ ਹੁੰਦੀ ਹੈ ਤੇ ਇੱਕ ਨਸਲ ਜਿਹੜੀ ਹੈ ਉਹਦੇ ਨਾਲ ਹੋਣ ਵਾਲੇ ਵਿਤਕਰੇ ਜਿਹੜੇ ਨੇ ਉਹ ਸਭ ਹਿਊਮਨ ਨੇ, ਉਹ ਬੰਦੇ ਸਭ ਹਿਊਮਨ। ਅਸੀਂ ਉਹਨੂੰ ਆਪਣੇ ਕਲਚਰ ਵਿੱਚ ਵੀ ਤਾਂ ਐਬਜ਼ੌਰਬ ਕੀਤਾ ਕਿ ਸਾਡੇ ਗੋਰੀ ਛੋਰੀ ਤੇ ਗੋਰੀਆਂ ਕਲਾਈਆਂ, ਬਿਲਕੁਲ। ਮੈਂ ਕਹਿਣਾ ਚਾਹੁੰਦਾ ਕਿ ਇਹ ਸਭ ਕੀ ਕਹਿੰਦਾ ਸਾਡੇ ਬਾਰੇ, ਇਸੇ ਕਰਕੇ ਉਹ ਭੀੜ ਨੂੰ ਬੈਠ ਕੇ ਕਿਤੇ ਫੈਸਲਾ ਨਹੀਂ ਕਰਨਾ ਪੈਂਦਾ, ਕਿਉਂਕਿ ਆਲਰੇਡੀ ਕਲਚਰ ਦੇ ਰੂਪ ਦੇ ਵਿੱਚ ਕਾਫੀ ਜਗ੍ਹਾ ਦੇ ਉੱਤੇ ਅਬਜ਼ੌਰਬਡ ਹੈ। ਇਹ ਗੱਲ ਨੂੰ ਪਹਿਲਾਂ ਹੀ ਮਾਨਤਾ, ਉਹਨਾਂ ਦੀ ਬੈਕ ਆਫ ਮਾਈਂਡ ਨੇ ਮਾਨਤਾ ਦਿੱਤੀ ਹੋਈ ਹੈ ਵੀ ਗੋਰੇ ਸੁਪੀਰੀਅਰ ਹੁੰਦੇ ਨੇ।
ਇਹ ਇੱਕ ਪਾਸੇ ਸਾਡਾ ਇੱਥੇ ਦਾ ਮਤਲਬ ਜਿਹੜਾ ਸਦੀਆਂ ਪੁਰਾਣਾ ਆਪਦਾ ਜਿਹੜਾ ਇੱਥੇ ਦਾ ਸ਼ਾਸਤਰਾਂ ਦਾ ਕਲਚਰ ਹੈ, ਦੂਜਾ ਜਿਹੜਾ ਇੱਕ ਦੌਰ ਦੇ ਵਿੱਚ ਇੰਪੀਰੀਅਲਿਜ਼ਮ ਦਾ, ਜਿਹਦੇ ਕਰਕੇ ਤੁਸੀਂ ਕਹਿੰਦੇ ਹੋ ਕਾਕੇਸ਼ੀਅਨ ਲੋਕਾਂ ਦੇ ਉੱਤੇ ਹਮਲਾ ਨਹੀਂ ਹੁੰਦਾ ਬਿਲਕੁਲ, ਉਹ ਕਿਉਂਕਿ ਇੱਥੇ ਇੱਕ ਦੌਰ ਦੇ ਵਿੱਚ ਇੰਪੀਰੀਅਲਿਸਟਾਂ ਦੇ ਨਾਲ ਕ੍ਰਿਕਟਰਸ ਦੇ ਉੱਤੇ ਵੀ ਸਾਡੇ ਲੋਕ, ਸਾਡੇ ਫੈਨਸ ਕਿਤੇ ਬੋਤਲਾਂ ਸੁੱਟਦੇ ਨੇ, ਤੰਗ ਕਰਦੇ ਨੇ, ਤਾਂ ਉਹ ਇਨਵੇਰੀਏਬਲੀ ਵੈਸਟ ਇੰਡੀਜ਼ ਦੇ ਹੁੰਦੇ ਨੇ ਜਨਰਲੀ ਜਿੰਨੀ ਵਾਰੀ ਵੀ ਘਟਨਾਵਾਂ ਹੋਈਆਂ ਨੇ ਉਹ ਐਂਡਰੀ ਸਾਈਮਨਸ ਨਾਲ ਹੋ ਜਾਣਗੀਆਂ, ਬਿਲਕੁਲ ਰਿਪੀਟਡ ਦੀ ਹੋ ਰਹੀਆਂ ਨੇ। ਹਾਂਜੀ ਹਾਂਜੀ। ਪਰ ਇਹਦੀ ਐਕਸੈਪਟੇਬਿਲਿਟੀ ਅਰਜੁਨ ਕਿਉਂ ਨਹੀਂ ਬਣੇਗੀ ਜੇ ਬੀਜੇਪੀ ਦੇ ਨੇਤਾ ਨੇ ਗਿਰੀਰਾਜ ਸਿੰਘ, ਮੈਨੂੰ ਯਾਦ ਆ ਉਹਨਾਂ ਨੇ ਬਿਆਨ ਦਿੱਤਾ, ਉਹਨਾਂ ਨੇ ਕਿਹਾ ਜੇ ਰਾਜੀਵ ਗਾਂਧੀ ਕਿਸੇ ਨਾਈਜੀਰੀਅਨ ਵੂਮਨ ਨਾਲ ਸ਼ਾਦੀ ਕਰ ਲੈਂਦੇ ਤਾਂ ਕੀ ਉਹ ਕਾਂਗਰਸ ਦੀ ਪ੍ਰਧਾਨ ਹੋ ਸਕਦੀ ਸੀ। ਇਟ ਸੇਜ਼ ਸਮਥਿੰਗ ਨਾ, ਉਹ ਕੁਝ ਕਹਿ ਰਹੇ ਨੇ, ਜਿੰਨੀ ਮਰਜ਼ੀ ਉਹਦੀ ਭਰਤਸਨਾ ਕਰ ਦਿੱਤੀ ਜਾਵੇ, ਉਸ ਦੀ ਵਿਰੋਧਤਾ ਕਰ ਦਿੱਤੀ ਜਾਵੇ, ਪਾਰਟੀ ਇਹ ਕਹਿ ਦੇਵੇ, ਪਰ ਇਹ ਲੋਕਾਂ ਦਾ ਇੱਕ ਮਾਈਂਡਸੈਟ ਦਿਖਾਉਂਦਾ ਹੈ ਐਜ਼ ਅ ਪੀਪਲ, ਲੋਕਾਂ ਦੇ ਲੈਵਲ ਤੇ ਐਜ਼ ਅ ਸਮੂਹ, ਕਿ ਅਸੀਂ ਰੇਸਿਸਟ ਹਾਂ। ਬਿਲਕੁਲ ਅਸੀਂ ਰੇਸਿਸਟ ਹਾਂ, ਬਿਲकुल नस्लवादी हैं। ਤੁਸੀਂ ਹਿੰਦੁਸਤਾਨੀਆਂ ਨੂੰ ਰੇਸਿਸਟ ਲੋਕ ਕਹਿ ਰਹੇ ਹੋ ਕਿ रेसिस्ट ने? मैं सिर्फ ये नहीं बहुत कह रहा, जिम्मेवारी नाल बोल रहा, मैं बिल्कुल जिम्मेवारी से बोल रहा हूँ, ना केवल हिंदुस्तानी रेसिस्ट हैं, नस्लवादी हैं, मैं ये भी कह रहा हूँ कि इस देश के जो लीडर रहे हैं बड़े बड़े नामी, आपने गांधी जी की बात की, फादर ऑफ द नेशन है, सब लोग बहुत उनके काम का रिस्पेक्ट करते हैं, पर जो साउथ अफ्रीका में उनकी स्ट्रगल रही, अगर उसको सच में कोई पढ़े और एग्जामिन करेगी वो क्या स्ट्रगल थी, वो ये स्ट्रगल नहीं थी कि सब रेसेस को इक्वल दिया जाए या सारे जो नस्ल हैं उनको इक्वल तरीके से रखा जाए, वो ये थी कि हम हिंदुस्तानी वहाँ के जो काले हैं, अफ्रीकन हैं, उनसे बेहतर हैं, इसलिए आप हमें उनसे बेहतर ट्रीट कीजिए। ਗਾਂਧੀ ਦੁਆਰਾ ਰੀਸਟੱਡੀ ਹੋ ਰਿਹਾ ਹੈ, ਹੋਰ ਨਵੀਂ ਸਕਾਲਰਸ਼ਿਪ ਆ ਰਹੀ ਹੈ ਕਿ ਗਾਂਧੀ ਦੀ ਜਿਹੜੀ ਸਟਰਗਲ ਹੈ ਉਹਦੇ ਤੇ ਕਾਫੀ ਸਵਾਲ तो बहुत सवाल साउथ अफ्रीका है, ਦੇ और ਵਿੱਚ। जी जैसे आपने सवाल कहा कि हम सब में एक इनहेरेंट रेसिज्म है, वो जात से जुड़ा है, रंग से जुड़ा है, आप जैसे आप कह रहे जटा दे मुंडे दे गाने हैं, मुंडे चमारा दे गाने अब बनने शुरू हुए हैं, तो अपने आप में आइडेंटिटी का इनवर्स स्नॉबरी, एक इनवर्स रिएक्शन वो भी आएगा। दूसरे आपने कहा कि गोरों पे कभी अटैक नहीं होता, जैसे ब्राह्मणों पे अटैक नहीं होता, दलितों पे अटैक होते हैं, रोज होते हैं, हर घंटे होते हैं, तो वैसे ही जिस भी कास्ट को, जिस ग्रुप को, जिस रंग को कोई जो वहां की डोमिनेंट लोग हैं मानते हैं कमजोर हैं, कुछ है, उन पे ही हमेशा अटैक होते हैं, और ये होता है। तो ये आप देखिए कितना इनहेरेंट है, हम कितना ओपनली अपना रेसिज्म जाहिर करते हैं, शादियों से लेकर आम भाषा में हम ये सोच, और ये आप उन लोगों से पूछिए कि जो आपकी भाषा भी समझते हैं, चाहे वो नॉर्थ ईस्ट के हो, कहीं के हो, जब आप उनको कहते हैं आप मैडम कौन से देश से हैं, आप ऐसे क्यों हैं, या आप ये खाते हैं या वो खाते हैं, या हम आपको घर नहीं देंगे, आप पूछिए पंजाब में, हरियाणा में, पूरे देश में पूछिए कि कितनों को घर दिया जाता है, कैसे कैसे सवाल किए जाते हैं, क्या सेक्सुअल हरासमेंट कैसे होती है उन औरतों की जो नॉर्थ ईस्ट से आती है। बाकी ਸੁਸ਼ਰਦੀਪ ਜੀ, ਜਿਸ ਵੇਲੇ ਕੁੱਟ ਮਾਰ ਦਿੱਤਾ ਜਾਂਦਾ, ਕਿਸੇ ਦੀ ਡੈਥ ਹੋ ਜਾਂਦੀ ਹੈ, ਹਿੰਸਾ ਹੋ ਜਾਂਦੀ ਹੈ, ਇਹ ਤਾਂ ਇੱਕ ਐਕਸਟ੍ਰੀਮ ਹੈ, ਪਰ ਜਿਹੜਾ ਰੇਸਿਜ਼ਮ ਹੈ ਇਹ ਤਾਂ ਹਰ ਰੋਜ਼ ਦੀ ਜੀਵਨ ਸ਼ੈਲੀ ਦੀ ਇੱਕ ਲਿਵਡ ਐਕਸਪੀਰੀਅੰਸ ਹੈ। ਜਿਸ ਵੇਲੇ ਤੁਹਾਨੂੰ ਆਟੋ ਵਾਲਾ ਪੁੱਛਦਾ ਨਵੀਂ ਦਿੱਲੀ 'ਚ, ਮੈਂ ਕਈ ਵਾਰੀ ਦੇਖਦਾ ਉੱਥੇ ਕੋਈ ਨਾਰਥ ਈਸਟ ਔਰੀਜਨ ਦਾ, ਕਿਉਂਕਿ ਉਹ ਤੁਹਾਨੂੰ ਫੀਚਰਸ ਤੋਂ, ਫਿਜ਼ੀਗਨੋਮੀ ਤੋਂ ਪਤਾ ਲੱਗ ਜਾਂਦਾ, ਉਹਨੂੰ ਪੁੱਛਦੇ ਨੇ ਕਿ ਕਹਾਂ ਚੱਲਣਾ ਮੈਡਮ, ਮਜਨੂ ਕਾ ਟੀਲਾ, ਐਜ਼ ਇਫ ਜੇ ਤੁਸੀਂ ਨਾਰਥ ਈਸਟਰਨ ਦਿਖਾਈ ਦਿੰਦੇ ਹੋ ਤਾਂ ਤੁਸੀਂ ਮਜਨੂ ਕਾ ਟੀਲਾ ਹੀ ਜਾਂਦੇ ਹੋਵੋਗੇ। ਤੁਹਾਨੂੰ ਕਿੱਦਾਂ ਦਾ ਲੱਗੇਗਾ ਤੁਸੀਂ ਟੋਰਾਂਟੋ 에ਅਰਪੋਰਟ ਤੇ ਉਤਰੋ ਤੇ ਹਰ ਟੈਕਸੀ ਵਾਲਾ ਆ ਕੇ ਤੁਹਾਨੂੰ ਪੁੱਛੇ ਕਿ ਜੀ ਤੁਹਾਨੂੰ ਉੱਥੇ ਲੈ ਜਾਈਏ, ਜਾਂ ਅੰਮ੍ਰਿਤਸਰ ਉਤਰੋ ਤਾਂ ਹਰ ਬੰਦਾ ਪੁੱਛੇ ਗੋਲਡਨ ਟੈਂਪਲ ਲੈ ਚਲੀਏ, ਇੱਕ ਸਟੀਰੀਓਟਾਈਪਿੰਗ ਹੈ। ਤੁਹਾਨੂੰ ਲੱਗਦਾ ਹੈ ਕਿ ਇਹ ਜਿਹੜਾ ਹਰ ਰੋਜ਼ ਦਾ ਲਿਵਡ ਐਕਸਪੀਰੀਅੰਸ ਹੈ, ਇਹਨੂੰ ਰੈਜ਼ਿਸਟ ਕਰਨਾ ਹੋਰ ਜ਼ਿਆਦਾ ਮੁਸ਼ਕਿਲ ਹੈ, ਸਗੋਂ ਜਦੋਂ ਹਿੰਸਾ ਹੁੰਦੀ ਉਸ ਵੇਲੇ ਤਾਂ ਇਸ਼ੂ ਬਣਦਾ ਹੈ। ਜਿਹੜਾ ਸਾਡਾ ਹਰ ਰੋਜ਼ ਦਾ ਐਕਸਪੀਰੀਅੰਸ ਹੈ ਇਹਦੇ ਨਾਲ ਕਿਵੇਂ ਡੀਲ ਕਰੇ ਕੋਈ? ਦੇਖੋ, ਪਹਿਲੀ ਗੱਲ ਤਾਂ ਇਹ ਹੈ ਕਿ ਜਿੰਨੀ ਦੇਰ ਤੱਕ ਅਸੀਂ ਰੂਟਸ ਤੇ ਨਹੀਂ ਚਲੇ ਜਾਂਦੇ ਕਿ ਬਿਮਾਰੀ ਆਉਂਦੀ ਕਿੱਥੋਂ ਹੈ, ਮੇਰਾ ਖਿਆਲ ਉਨੀ ਦੇਰ ਤੱਕ ਅਸੀਂ ਇਲਾਜ ਵੀ ਨਹੀਂ ਲੱਭ ਸਕਦੇ। ਗੱਲਾਂ ਕਿਸੇ ਹੱਦ ਤੱਕ ਮੈਂ ਦੁਹਰਾ ਹੀ ਰਿਹਾ, ਇਸ ਕਰਕੇ ਬਹੁਤ ਸੰਖੇਪ ਚ ਰੱਖ ਲੈਣਾ ਕਿ ਜਿਹੜੀ ਸਾਡੀ ਆਰੀਅਨ ਮਨੋਦਸ਼ਾ, ਉਹ ਕਿਤੇ ਨਾ ਕਿਤੇ ਇਸ ਗੱਲ ਲਈ ਸਾਨੂੰ ਪ੍ਰੇਰਿਤ ਕਰਦੀ ਹੈਗੀ, ਨਸਲਵਾਦੀ ਹੋਣ ਲਈ ਵੀ, ਜਾਤਵਾਦੀ ਹੋਣ ਲਈ ਵੀ। ਇਹ ਆਰੀਅਨ ਬਾਹਰੋਂ ਆਏ ਕਿ ਇੱਥੋਂ ਹੀ ਪੈਦਾ ਹੋ ਕੇ ਬਾਹਰ ਚਲੇ ਗਏ, ਇਹ ਬਹਿਸ ਆਪਣੀ ਥਾਂ ਹੋ ਸਕਦੀ, ਹਿਸਟੋਰੀਅਨ ਇਹਦੇ ਉੱਤੇ ਸਿੰਘ ਫਸਾ ਸਕਦੇ ਨੇ, ਪਰ ਇਸ ਗੱਲ ਦੇ ਉੱਤੇ ਕੋਈ ਦੋ ਰਾਵਾਂ ਨਹੀਂ ਕਿ ਸਾਨੂੰ ਸੁਪੀਰੀਅਰ ਉਹ ਲੱਗਦਾ ਜਿਹੜਾ ਗੋਰਾ ਹੈ। ਤੁਹਾਡੀ ਦਲੀਲ ਇਸ ਗੱਲ ਨੂੰ ਤਾਂ ਕਿਤੇ ਐਕਸਪਲੇਨ ਕਰਦੀ ਹੈ ਕਿ ਅਸੀਂ ਨਾਰਥ ਈਸਟਰਨ ਨਾਲ ਇਸ ਤਰ੍ਹਾਂ ਕਿਉਂ ਡੀਲ ਕਰਦੇ ਹਾਂ, ਜਾਂ ਕਾਲੇ ਰੰਗ ਮੂਲ ਦੇ ਲੋਕਾਂ ਨਾਲ ਇਸ ਤਰ੍ਹਾਂ ਕਿਉਂ ਡੀਲ ਕਰਦੇ ਹਾਂ, ਪਰ ਇਹ ਇਹਨੂੰ ਕਿਵੇਂ ਐਕਸਪਲੇਨ ਕਰਦੀ ਹੈ ਜੋ ਮੈਂ ਆਪਣੇ ਲੋਕਾਂ ਨਾਲ ਹਰ ਰੋਜ਼ ਕਰਦਾ, ਜੋ ਮੇਰੇ ਦਲਿਤ ਭਾਈਚਾਰੇ ਨਾਲ ਪੰਜਾਬ ਵਿੱਚ, ਉਹ ਆਪਣੇ ਨਹੀਂ ਹੈ ਜੀ, ਜਿਨ੍ਹਾਂ ਦੇ ਸ਼ਮਸ਼ਾਨ ਘਾਟ ਵੱਖ ਨੇ, ਜਿਨ੍ਹਾਂ ਦੇ ਪਿੰਡ ਦੇ ਵਿੱਚ ਵਿਹੜਾ ਵੱਖ ਹੈ, ਪਿੰਡ ਦੇ ਵਿੱਚ ਜਾ ਕੇ, ਮਤਲਬ ਇਹ ਪਿੰਡ ਦੀ ਕਹਾਣੀ ਹੈ, ਇਹ ਹਰ ਪਿੰਡ ਦੀ ਕਹਾਣੀ ਹੈ। ਜੇ ਕਿਧਰੇ ਸ਼ਮਸ਼ਾਨ ਘਾਟ ਇਕੱਠਾ ਹੋ ਜਾਏ ਤਾਂ ਖਬਰ ਛਪਦੀ ਹੈ,
ਖਬਰ ਛਪਦੀ ਹੈ ਕਿ ਸ਼ਮਸ਼ਾਨ ਘਾਟ ਮੇਰੇ ਇਕੱਠਾ ਹੋ ਦੇਸ਼ ਗਿਆ। 'ਚ ਖਬਰ ਛਪਦੀ ਹੈ। ਇਸ ਚੀਜ਼ ਨੂੰ ਨਹੀਂ ਸਮਝ ਇਵਨ ਹੁਣ ਮੈਨੂੰ- ਪਿਛਲੇ ਦਿਨ ਮੈਨੂੰ- ਇੱਕ ਸਰਕਾਰੀ ਬਿਆਨ ਆਇਆ ਜੀ। ਕਿ ਜੇ ਤੁਸੀਂ ਸਾਂਝਾ ਇੱਕ ਸ਼ਮਸ਼ਾਨ ਘਾਟ ਇੱਕ ਪਿੰਡ 'ਚ ਬਣਾਓਗੇ ਤੇ ਤੁਹਾਨੂੰ ਇੰਨੀ ਗ੍ਰਾਂਟ ਵੱਖਰੀ ਦਿੱਤੀ ਜਾਊਗੀ ਆਮ ਨਾਲੋਂ, ਜਿੱਦਾਂ ਤੁਸੀਂ ਜੇ ਜਾਤੀ ਚਲੋ ਜੇ ਮੈਂ ਤੋੜ ਉਹਨੂੰ ਕੇ ਵਿਆਹ ਕਰਦੇ ਹੋ ਤਾਂ ਸਰਕਾਰੀ ਤੁਹਾਨੂੰ ਇਸ ਗੱਲ ਸ਼ਾਬਾਸ਼ ਲਈ ਜੇ ਗ੍ਰਾਂਟ ਮੈਂ ਉਹਨੂੰ ਦਿੱਤੀ ਸਰਕਾਰੀ ਜਾਊਗੀ। ਸ਼ਾਬਾਸ਼ ਮੰਨ ਵੀ ਲਵਾਂ ਪਿੰਡ ਦੇ ਵਿੱਚ ਲੋਕਾਂ ਨੂੰ ਇਕੱਠਿਆ ਕਰਨ ਦੀ, ਤਾਂ ਵੀ ਇਹ ਸਵਾਲ ਕਿਧਰੇ ਨਹੀਂ ਜਾਂਦਾ ਜੋ ਅਸੀਂ ਹਰ ਰੋਜ਼ ਆਪਣੇ ਦਲਿਤ ਭਾਈਚਾਰੇ ਨਾਲ ਕਰਦੇ ਹਾਂ ਤੇ ਕਿਹਨਾਂ ਤਰੀਕਿਆਂ ਨਾਲ ਕਰਦੇ ਹਾਂ। ਤੇ ਜਿਸ ਵੇਲੇ ਕਾਨੂੰਨ ਵੀ ਬਣਦੇ ਨੇ ਤਾਂ ਉਹਨਾਂ ਕਾਨੂੰਨਾਂ ਦੀ ਭਾਸ਼ਾ ਸਾਡੇ ਇਸ ਜਿਹੜਾ ਵਿਊ ਹੈ ਦਲਿਤ ਦੇ ਬਾਰੇ, ਇਸ ਨੂੰ ਕਿਵੇਂ ਡਿਫਾਈਨ ਕਰਦੀ ਹੈ, ਕਿਸ ਕਿਸਮ ਦੀ ਸ਼ਬਦਾਵਲੀ ਹੈ ਉਹਨਾਂ ਕਾਨੂੰਨਾਂ ਦੇ ਵਿੱਚ, ਇਹ ਵੀ ਸਾਡੇ ਬਾਰੇ ਬਹੁਤ ਕੁਝ ਕਹਿੰਦੀ ਹੈ। ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ। ਚਰਚਾ ਕਰ ਰਹੇ ਹਾਂ ਕਿ ਅਸੀਂ ਇੱਕ ਰੇਸਿਸਟ ਲੋਕ ਹਾਂ, ਨਸਲ ਦੇ ਆਧਾਰ ਤੇ ਵਿਤਕਰਾ ਕਰਨ ਵਾਲੇ ਲੋਕ ਹਾਂ। ਐਸ ਹਿੰਦੁਸਤਾਨੀ ਇੱਕ ਕਲੈਕਟਿਵ ਸਮੂਹ ਦੇ ਤੌਰ ਦੇ ਉੱਤੇ ਸਾਡੇ ਨਾਲ ਚਰਚਾ ਵਿੱਚ ਸ਼ਾਮਿਲ ਨੇ ਅੰਬੁਜ ਸ਼ਰਮਾ ਜੀ, ਫਿਲਾਸਫੀ ਦੇ ਟੀਚਰ, ਕਮਲਜੀਤ ਜੀ ਐਕਟਿਵਿਸਟ, ਅਰਜੁਨ ਸ਼ੌਰਾਨ ਜੀ ਵਕੀਲ ਤੇ ਐਕਟਿਵਿਸਟ, ਸ਼ਬਦੀਸ਼ ਜੀ ਲਿਟਰੇਚਰ ਦੀ ਦੁਨੀਆ ਤੋਂ ਸਾਡੇ ਨਾਲ ਤਸ਼ਰੀਫ ਲਿਆਏ ਨੇ। ਕਮਲਜੀਤ ਜੀ, ਜਿਸ ਵੇਲੇ ਅਸੀਂ ਇਹ ਦੇਸ਼ ਸਾਰਾ ਇਸ ਚਰਚਾ ਦੇ ਵਿੱਚ ਇਨਵੋਲਵਡ ਹੈ ਕਿ ਅਫਰੀਕਨ ਮੂਲ ਦੇ ਲੋਕਾਂ ਦੇ ਉੱਤੇ ਹਮਲੇ ਕਿਵੇਂ ਰੋਕੇ ਜਾ ਸਕਦੇ ਨੇ, ਕਿਸ ਕਿਸਮ ਦੇ ਨਾਲ ਇੱਕ ਅਵੇਅਰਨੈਸ ਕੈਂਪੇਨ ਚਲਾਇਆ ਜਾਵੇ, ਨਾਲੇ ਚਰਚਾ ਵੀ ਆਈ ਹੈ ਕਿ ਨਾਰਥ ਈਸਟ ਦੇ ਜਿਹੜੇ ਲੋਕ ਨੇ ਸਾਡੇ ਆਪਣੇ ਲੋਕ ਨੇ, ਕਿਉਂ ਉਹਨਾਂ ਦੇ ਫੀਚਰਸ ਦੇ ਆਧਾਰ ਦੇ ਉੱਤੇ ਅਸੀਂ ਉਹਨਾਂ ਨੂੰ ਫੋਰਨਰਸ, ਚਿੰਕੀ, ਪਤਾ ਨਹੀਂ ਕਿਹੜੇ ਕਿਹੜੇ ਨਾਵਾਂ ਨਾਲ ਬੁਲਾਉਂਦੇ ਹਾਂ। ਅਜੇ ਵਿੱਚ ਵਿਅਕਤੀ ਇਹ ਜ਼ਰੂਰ ਸੋਚਦਾ ਹੈ ਕਿ ਜਨਮ ਦੇ ਆਧਾਰ ਤੇ ਹੀ ਤਾਂ ਕਾਸਟ ਗਿਣੀ ਜਾਂਦੀ ਹੈ, ਫਿਰ ਅਸੀਂ ਉਹਦੇ ਆਧਾਰ ਤੇ ਵੀ ਤਾਂ ਵਿਤਕਰਾ ਕਰਦੇ ਹਾਂ। ਜੇ ਲੋਕ ਉਹ ਮੰਗਣ ਜੋ ਸੰਵਿਧਾਨ ਵਿੱਚ ਲਿਖਿਆ, ਜੋ ਕਾਨੂੰਨ ਵਿੱਚ ਲਿਖਿਆ, ਤੇ ਉਹਦੇ ਬਦਲੇ ਉਹਨਾਂ ਨੂੰ ਡਾਂਗਾ ਮਾਰੀਆਂ ਜਾਣ, ਬੁਛਾਰਾਂ ਚ ਕੇਸ ਚੱਲਣ, ਇਰਾਦੇ ਕਤਲ ਦੇ ਕੇਸ ਪੈ ਜਾਣ, ਬੰਦੇ ਫੜ ਕੇ ਅੰਦਰ ਕੀਤੇ ਜਾਣ, ਜੋ ਕੁਝ ਬਾਲਦ ਕਲਾਂ ਦੇ ਵਿੱਚ, ਚਨੇੜੀ ਦੇ ਵਿੱਚ, ਵਾਪਰ ਦੇ ਵਿੱਚ, ਖੇਰੀ ਦੇ ਵਿੱਚ ਹੋ ਰਿਹਾ ਤੇ ਸਰਕਾਰਾਂ ਕਰ ਰਹੀਆਂ ਨੇ ਤੇ ਸਭ ਨੂੰ ਪਤਾ। ਮੰਗ ਉਹ ਕੀ ਰਹੇ ਨੇ ਕਿ ਜਿਹੜੀ 1/3 ਜ਼ਮੀਨ ਹੈ ਜਿਹੜੀ ਸ਼ਾਮਲਾਟ ਦੀ ਕਾਮਨ ਜ਼ਮੀਨ ਦੇ ਵਿੱਚੋਂ ਦਲਿਤ ਪਰਿਵਾਰਾਂ ਨੂੰ ਮਿਲਣੀ ਆ, ਉਹਦੀ ਬੋਲੀ ਐਵੇਂ ਕਰਵਾਈ ਜਾਵੇ ਕਿ ਉਹ ਦਲਿਤ ਪਰਿਵਾਰਾਂ ਨੂੰ ਹੀ ਮਿਲੇ। ਜਿਹੜੀ ਪ੍ਰੋਕਸੀ ਬੋਲੀਆਂ ਹੁੰਦੀਆਂ ਸੀ ਕਿਸੇ ਨਾ ਕਿਸੇ ਨੂੰ ਅੱਗੇ ਖੜਾ ਕਰਕੇ ਕਿ ਉਹਨਾਂ ਦੀ ਪਹੁੰਚ ਤੋਂ ਬਾਹਰ ਕਰ ਦਿੱਤੀ ਜਾਵੇ, ਉਹ ਬੰਦ ਹੋਵੇ। ਇਹ 2009 ਦੇ ਵਿੱਚ ਇਹ ਮਸਲਾ ਸਾਹਮਣੇ ਆਇਆ ਸੀ। ਇਹ ਨਸਲੀ ਵਿਤਕਰਾ ਨਹੀਂ ਹੈ, ਇਹ ਨਸਲ ਦੇ ਆਧਾਰ ਤੇ ਵਿਤਕਰਾ ਨਹੀਂ ਹੈ। ਬਿਲਕੁਲ ਹੈ, ਬਿਲਕੁਲ ਹੈ। ਇਹ ਸਾਡੀ ਇੱਥੇ ਦੀ, ਜਿਵੇਂ ਮੈਂ ਪਹਿਲਾਂ ਕਹਿ ਕੇ ਹਟਿਆ ਕਿ ਸਾਡੇ ਇੱਥੇ ਦਾ ਇੱਕ ਜਿਹੜਾ ਸਾਈਕੋਲੋਜੀਕਲ ਸੈਟਅਪ ਜਿਹੜਾ ਸ਼ਾਸਤਰਾਂ ਦੇ ਆਧਾਰ ਦੇ ਉੱਤੇ ਬਣਿਆ, ਉਹਦੇ ਵਿੱਚ ਹੀ ਕਿਤੇ ਨਾ ਕਿਤੇ ਨਿਹਤ ਇਹ ਬੈਠ ਗਿਆ ਹੈ ਕਿ ਇੱਕ ਹਿੱਸਾ ਸੁਪੀਰੀਅਰ ਹੈ ਤੇ ਦੂਜਾ ਹਿੱਸਾ ਬਾਈ ਬਰਥ ਹੀ ਇਨਫੀਰੀਅਰ ਹੈ। ਜਿਹੜੀ ਚੀਜ਼ ਐਕਸਪਲੇਨ ਕਰਦੀ ਹੈ ਅਫਰੀਕਨ ਮੂਲ ਦੇ ਲੋਕਾਂ ਦੇ ਉੱਤੇ ਹਮਲੇ ਨੂੰ, ਉਹੀ ਚੀਜ਼ ਉਹੀ ਆਰਗੂਮੈਂਟ ਐਕਸਪਲੇਨ ਕਰਦਾ ਕਿ ਅਸੀਂ ਆਪਣੇ ਦਲਿਤ ਨਾਲ ਕੀ ਕਰ ਰਹੇ ਹਾਂ। ਉਹ ਬਿਲਕੁਲ ਸਿਮਿਲਰ ਹੈ, ਹਾਲਾਂਕਿ ਸੇਮ ਨਹੀਂ, ਹਜੇ ਮੈਂ ਕਹਿ ਰਿਹਾ ਸਿਮਿਲਰ ਕਹਿ ਰਹੇ ਹਾਂ। ਸੇਮ ਉਹ ਕਿੱਥੇ ਜਾ ਕੇ ਹੁੰਦਾ ਹੈ ਕਿ ਜਦੋਂ ਇਸ ਆਈਡੀਓਲੋਜੀ ਨੂੰ ਇਸ ਇੱਕ ਹਿੱਸੇ ਨੇ ਸੁਪੀਰੀਅਰਨੈਸ ਦਿਖਾਣੀ ਹੈ। ਕੋਈ ਬੇਸਿਕ ਫੈਕਟਸ ਦਿੱਤੇ ਹਾਂ, ਹਾਂਜੀ, ਤੁਹਾਨੂੰ ਇਹ ਪੁੱਛਾਂ ਕਿ ਲੁਧਿਆਣੇ ਦੇ ਕਰੀਮਪੁਰਾ ਬਾਜ਼ਾਰ ਦੇ ਵਿੱਚ ਇੱਕ ਗਟਰ ਹੈ ਤੇ ਗਟਰ ਵਿੱਚ ਇੱਕ ਵਿਅਕਤੀ ਉਤਰਿਆ ਹੋਇਆ ਤੇ ਸਫਾਈ ਕਰ ਰਿਹਾ, ਉਸ ਦੀ ਜਾਤ ਦੱਸੋ। ਹਾਂ, ਬਿਨਾਂ ਸ਼ੱਕ ਅਸੀਂ ਕਹਿ ਸਕਦੇ ਹਾਂ ਕਿ ਉਹ ਜਾਤ ਦੱਸ ਸਕਦੇ ਹੋ। ਬਿਲਕੁਲ ਮੈਂ ਦੱਸ ਸਕਦਾ, ਮੈਂ ਇਸ ਕਰਕੇ ਦੱਸ ਸਕਦਾ। ਸਾਡੇ ਹੁਣ ਹੋਰ ਨਸਲੀ ਵਿਤਕਰਾ ਕਿਸ ਨੂੰ ਕਹਿੰਦੇ ਨੇ? 25 ਸੈਕਟਰ, ਸਾਡੇ 25 ਸੈਕਟਰ ਦਾ ਨੌਜਵਾਨ ਚੰਡੀਗੜ੍ਹ ਦਾ, ਹਲੇ ਉਹਦੀ ਉਮਰ ਵੀ 25 ਸਾਲ ਸੀ, ਪਹਿਲੇ ਦਿਨ ਡਿਊਟੀ ਤੇ ਜਾਂਦਾ ਹੈ ਤੇ ਸੀਵਰ ਲਾਈਨ ਦੇ ਵਿੱਚ ਹੀ ਉਸ ਦੀ ਮੌਤ ਹੁੰਦੀ ਹੈ। ਇਹ ਤੇ ਹਲੇ ਇਸੇ ਐਤਵਾਰ ਦੀ ਘਟਨਾ ਹੈ। ਕੱਲ ਚੰਡੀਗੜ੍ਹ ਦੇ ਬੁੱਧੀਜੀਵੀ ਚੰਡੀਗੜ੍ਹ ਵਰਗੇ ਸ਼ਹਿਰ ਦੀ ਗੱਲ ਸੀ ਕਰ ਰਹੇ। ਇਹ ਬਿਊਟੀਫੁਲ ਸਿਟੀ ਹੈ, ਸਿਟੀ ਬਿਊਟੀਫੁਲ, ਸਮਾਰਟ ਸਿਟੀ ਦਾ ਦਰਜਾ ਹਲੇ ਹੁਣ ਮਿਲਿਆ। ਦਿਸ ਇਜ਼ ਦ ਸਮਾਰਟਨੈਸ, ਪੜ੍ਹਿਆਂ ਲਿਖਿਆਂ ਦਾ ਸ਼ਹਿਰ ਹੈ, ਸਮਾਰਟਨੈਸ ਦਾ ਇਹਦੇ ਬਾਰੇ ਗਾਣੇ ਲਿਖੇ ਜਾਂਦੇ ਨੇ। ਯੈਸ, ਔਰ ਗਾਣੇ ਲਿਖਣ ਵਾਲਿਆਂ ਨੂੰ ਵੀ ਇਹ ਨਹੀਂ ਦਿਸਦਾ। ਮਤਲਬ ਸਾਡੇ ਦਿਮਾਗ ਦੇ ਵਿੱਚ ਇੱਕ ਇਮੇਜਰੀ ਆਈ, ਕੱਲ ਇੱਕ ਆਰਟਿਸਟ ਨੇ ਕਿਹਾ, ਉਹਨੇ ਕਿਹਾ ਕਿ ਸੀਵਰ ਲਾਈਨ ਦੇ ਵਿੱਚ ਉਤਰੇ ਹੋਏ ਬੰਦੇ ਨੇ, ਉਹ ਬੰਦਿਆਂ ਨੇ ਅੰਦਰ ਉਤਰ ਕੇ ਸੀਵਰ ਲਾਈਨ ਦੇ ਢੱਕਣ ਆਪਣੇ ਸਿਰਾਂ ਤੇ ਚੱਕੇ ਹੋਏ ਨੇ ਤੇ ਉਹਨਾਂ ਢੱਕਣਾਂ ਦੇ ਉੱਤੇ ਕੁਝ ਨੌਜਵਾਨ ਡਾਂਸ ਕਰ ਰਹੇ ਨੇ। ਇਹ ਹੈ ਸਿਚੁਏਸ਼ਨ। ਜਿਸ ਵੇਲੇ ਕਮਲਜੀਤ ਕਹਿੰਦੇ ਨੇ ਕਿ ਚੰਡੀਗੜ੍ਹ ਦੇ ਵਿੱਚ ਹੋ ਰਿਹਾ, ਗਾਣੇ ਵਾਲਿਆਂ ਨੂੰ ਵੀ ਇਹ ਨਹੀਂ ਦਿਸਦਾ ਜੀ, ਤੁਹਾਨੂੰ ਲੱਗਦਾ ਹੈ ਕਿਤੇ ਇੱਥੇ ਵੀ ਬੀਜ ਪਏ ਨੇ? ਕਿਉਂਕਿ ਨਹੀਂ ਦਿਸਦਾ, ਨਾ ਦੇਖਣ ਨਾਲ ਸਮੱਸਿਆ ਨਹੀਂ ਹੁੰਦੀ। ਤੁਸੀਂ ਬਲਦ ਕਲਾਂ ਜੋ ਮਰਜ਼ੀ ਕਰੀ ਚਲੋ, ਝਨੇਰੀ ਚ ਜੋ ਮਰਜ਼ੀ ਕਰੀ ਚਲੋ, ਬੰਦੇ ਫੜ ਕੇ ਅੰਦਰ ਕਰ ਦੋ, ਕਿੱਥੇ ਨੇ ਕੈਮਰੇ? ਜੀ, ਇਹ ਸਾਰੇ ਕੈਮਰੇ ਵੱਖ-ਵੱਖ ਇਲੈਕਟ੍ਰੋਨਿਕ ਚੈਨਲਾਂ ਦੇ ਕਿੱਥੇ ਪਹੁੰਚਦੇ ਨੇ? ਪ੍ਰਿੰਟ ਮੀਡੀਆ ਦਾ ਮੈਂ ਫਿਰ ਵੀ ਕੁਝ ਖਬਰਾਂ ਪੜ੍ਹ ਰਿਹਾ, ਇਲੈਕਟ੍ਰੋਨਿਕ ਮੀਡੀਆ ਦੇ ਵਿੱਚੋਂ ਤਾਂ ਇਹਨਾਂ ਨੂੰ ਬਹੁਤ ਛੇਤੀ ਬਾਹਰ ਕੱਢਿਆ ਜਾ ਸਕਦਾ। ਜਦੋਂ ਦਿਸੇਗਾ ਨਹੀਂ ਤਾਂ ਨਸਲਵਾਦ ਹੋਵੇਗਾ ਨਹੀਂ, ਤੇ ਫਿਰ ਜਿਸ ਵੇਲੇ ਅਰਜੁਨ ਇਹ ਕਹਿਣਗੇ ਕਿ ਅਸੀਂ ਹਿੰਦੁਸਤਾਨੀ ਨਸਲੀ ਲੋਕ ਹਾਂ, ਤੇ ਮੈਨੂੰ ਖਰਾਬ ਤੇ ਲੱਗੇਗਾ ਹੀ ਨਾ, ਕਿਉਂਕਿ ਮੈਂ ਕਦੀ ਦੇਖਿਆ ਹੀ ਨਹੀਂ, ਮੈਨੂੰ ਆਪਣਾ ਨਸਲਵਾਦ ਕਦੀ ਦਿਖਾਈ नहीं देता। देखिए, मैं इसके साथ ही यहाँ पर जो कवलजीत बात कह रहे हैं, हमारे देश में जहाँ तक हम देखते हैं, पढ़ते हैं, तो सम्मान एक बहुत बड़ा सवाल है। हम सब लोग सम्मान के लिए कुछ ना कुछ करते हैं, लेकिन हम सम्मान किसे देते हैं और हम सम्मान किन से लेते हैं?
और इज्जत आंदी कित्थों है जी, ये जो शिक्षा का दायरा है, शिक्षा सम्मान देना भी सिखाती है और सम्मान लेना भी सिखाती है, लेकिन हम शायद दे नहीं रहे हैं। हमने अपने अब यहाँ पर क्योंकि जाति पर सवाल चल रहा है, तो मैं यहाँ पर दर्शन रतन रावण जी जो आदर्श भारत के साथ पंजाब में काम कर रहे हैं पूरे देश में, वो लिखते हैं कि हमारे देश में क्या कभी किसी सफाई कामगार समाज के लिए कोई राष्ट्रीय पुरस्कार दिया गया? जैसे हम लोग पुरस्कार देते हैं कि मान लीजिए हम बेस्ट एक्टर अवार्ड दे रहे हैं और हम बात करते हैं, और वो लिखते हैं कि जब कहीं पर चाहे वॉर हो, चाहे कोई ड्रॉट आए, सूखा पड़े, तो उसको ठीक करने की जिम्मेदारी किसके कंधों पर होती है? वो सफाई कामगार समाज के व्यक्ति पर निर्भर होती है। लेकिन उसके कार्य के प्रति हमारा जो एक विचार है और जो एक हम लोगों ने उसे उसके लिए मजबूर किया हुआ है एक ढंग से, तो उसको हमारे जो पॉलिटिकल खेमे में उस व्यक्ति के सम्मान का कहीं सवाल है या उसकी मौत भी किसी सुर्खियों का हिस्सा नहीं बनेगी? ये सवाल हम कुछ नहीं खड़े होंगे कि अर्जुन जी, ये सवाल तो उदो खड़े होंगे ना, ਇਹ ਸਵਾਲ ਟੀਵੀ ਕੈਮਰੇ ਖੜੇ ਕਰ ਸਕਦੇ ਨੇ, ਇਹ ਅਖਬਾਰਾਂ ਖੜੇ ਕਰਨਗੇ, ਨਿਊਜ਼ ਰੂਮਸ ਵਿੱਚ ਸਵਾਲ ਖੜੇ ਹੋਣਗੇ, ਇਹ ਐਡੀਟਰ ਸੰਪਾਦਕ ਰਿਪੋਰਟਰ ਸਵਾਲ ਖੜੇ ਕਰਨਗੇ, ਇਹ ਬੁੱਧੀਜੀਵੀ ਸਵਾਲ ਖੜੇ ਕਰਨਗੇ। ਕਿੱਥੇ ਨੇ ਦਲਿਤ ਸਾਡੇ ਮੀਡੀਆ ਦੇ ਵਿੱਚ? ਕਿੰਨੇ ਕੋ ਐਡੀਟਰ ਨੇ ਦਲਿਤ ਸਾਡੇ? ਕਿੱਥੇ ਨੇ ਉਹ ਆਵਾਜ਼ਾਂ ਸਾਡੇ ਐਕੈਡੈਮਿਕਸ ਦੇ ਵਿੱਚ? ਜੇ ਉਹ ਆਵਾਜ਼ਾਂ ਨਹੀਂ ਹੋਣਗੀਆਂ ਤਾਂ ਇਹ ਸਵਾਲ ਖੜੇ ਨਹੀਂ ਹੋਣਗੇ। ਇਹਦੇ ਨਾਲ ਅਮਨ ਅਮਾਨ ਰਹੇਗਾ। ਮੈਂ ਤੁਹਾਨੂੰ ਇਹ ਸਵਾਲ ਇਸ ਲਈ ਪੁੱਛ ਰਿਹਾ ਕਿਉਂਕਿ ਜਿਸ ਵੇਲੇ ਰਾਤ ਨੂੰ ਦਿੱਲੀ ਦਾ ਕੋਈ ਵਜ਼ੀਰ ਰੇਡ ਕਰਨ ਜਾਂਦਾ ਹੈ ਕਿ ਇੱਥੇ ਨਾਈਜੀਰੀਅਨ ਲੋਕ ਰਹਿੰਦੇ ਨੇ ਤੇ ਇੱਥੇ ਪ੍ਰੋਸਟੀਟਿਊਸ਼ਨ ਹੋ ਰਹੀ ਹੈ ਤੇ ਮੈਂ ਅੱਧੀ ਰਾਤ ਨੂੰ ਲੋਕਾਂ ਦੀ ਸੇਵਾ ਕਰਨ ਲਈ ਸੜਕਾਂ ਤੇ ਨਿਕਲ ਆਇਆ, ਤੇ ਉਸ ਸੋਮ ਭਾਰਤੀ ਦੇ ਖੜੇ ਡਰਾਮੇ ਤੋਂ ਬਾਅਦ ਉਹ ਮਸ਼ਹੂਰ ਧਰਨਾ ਕੇਜਰੀਵਾਲ ਜੀ ਦਾ ਹੁੰਦਾ ਹੈ, ਉਸ ਤੋਂ ਬਾਅਦ ਉਹ ਸਰਕਾਰ ਡਿੱਗਣ ਤੱਕ ਚਲਾ ਜਾਂਦਾ ਹੈ। ਤੇ ਜਿਸ ਵੇਲੇ ਦਿੱਲੀ ਦੇ ਲੋਕ ਵੋਟ ਪਾਉਂਦੇ ਨੇ, 67 ਸੀਟਾਂ ਦੀ ਵਧਾਈ ਤਾਂ ਆਮ ਆਦਮੀ ਪਾਰਟੀ ਨੂੰ ਦੇਣੀ ਬਣਦੀ ਹੈ, ਪਰ ਉਹਨਾਂ ਨਾਈਜੀਰੀਅਨਸ ਦੇ ਪ੍ਰਤੀ ਇਨਸਾਫ ਦਾ ਕੀ ਹੋਇਆ? ਉਸ ਇਸ਼ੂ ਦਾ ਕੀ ਹੋਇਆ? आम आदमी पार्टी ने ਉਹਦੇ ਨਾਲ ਇੰਗੇਜ ਕੀਤਾ कि नहीं? ये सवाल साडा समाज खड़ा नहीं करता, साडे मीडिया ने भी खड़ा नहीं ना वहाँ करते हैं ना हम पंजाब में तब करते हैं जब हम अपने खेतों में हर जगह काम करने वाले यूपी बिहार और बाकी हर स्टेट के लोगों को भैया कह के बुला देते हैं। उनकी हर चाहे फिर वो कहते हैं जिसने रियल लाइफ प्यार नाल भैया कहने हैं, प्यार नाल भैया कहते हैं, और फिल्मों में भी, और जेड़ा ਅਸੀਂ ਆਪਣੇ ਤਾਏ ਚਾਚੇ ਦੇ ਮੁੰਡੇ ਨੂੰ ਨਹੀਂ ਕਹਿੰਦੇ ਪਿਆਰ ਨਾਲ, ਇਹ यूपी तो आए बंदे नहीं कहते। असल जिंदगी में भी उनको पीटा जाता है। मैं कितने ऐसे केस कर रहा हूँ जहाँ पे उनको बॉन्डेड लेबर बना के रखा जाता है, उनको जाने नहीं दिया जाता। अब देखिए नस्लवाद एक तो हमने आज देखा ना जहाँ पे मारा जाता है लोग, एक ऐसा नस्लवाद भी है जहाँ पे आप उनको बॉन्डेड लेबर बना देते हैं, पल पल घटता है पूरे परिवार को। आप सोचिए 1970 के आसपास बैन हो गया था बॉन्डेड लेबर, कॉन्स्टिट्यूशन में कहा एक क्राइम है, गलत है, और आज भी पंजाब के अंदर बॉन्डेड लेबर का काम हो रहा है। और सबसे ज्यादा ये या तो दलितों के खिलाफ होता है या यूपी या बिहार से जो लोग आते हैं। आप सोचिए उनको अपने घर से बाहर नहीं निकलने दिया जाता, उनका हर चीज पुलिस प्रशासन सब मिलके उनको वहीं रखते हैं। क्या ये नस्लवाद नहीं है? क्योंकि आप देखिए जन्म आधारित है, तो जन्म आधारित, बिल्कुल जन्म आधारित है। हाँ, या बाहर वाला है या जन्म आधारित है, हर जगह बाहर वाला है, साढ़े नाल मिलता नहीं है, अग्रिंग है। आज कश्मीर का एक कोई लड़का अगर आपको चंडीगढ़ या पंजाब में घूमता फिरता मिलता है, आप सोचते हैं तो टेररिस्ट है, दाढ़ी वाला आप सोचते टेररिस्ट है। पाकिस्तान में अहमदिया को बैन करते हैं और पंजाब में निरंकारियों के खिलाफ एक्शन लेते हैं। ये नस्लवाद नहीं तो और क्या? फतवे आंदे ना पूरी कम्युनिटी दा बाइकआउट कर दो, सोशल बाइकआउट, रोटी में दी सांस खत्म कर दो, चाहे वो सहजदारी के खिलाफ हो या केशदारी, वो भी नस्लवाद है कि नहीं? मैं अपने आप में ये डिस्क्रिमिनेशन का ही मामला है, चाहे उसको आप रंग के भेद पे इतना डिफाइन किया जा सकता है नहीं, पर ऑब्वियसली वितकरे या दाढ़ी के बेस पे ਸਮੂਹ ਦੇ ਨਾਲ ਵਿਤਕਰੇ ਤਾਂ ਸਾਹਮਣੇ ਪਏ ਨੇ, ਇਹ ਐਕਸੈਪਟੇਬਲ ਹੋ ਰਹੇ ਨੇ। ਇਹਦੇ ਚ ਐਸਪੀ ਸਿੰਘ ਜੀ ਮੈਂ ਇੱਕ ਗੱਲ ਬੜਾ ਜ਼ੋਰ ਦੇ ਕੇ ਇੱਕ ਹੋਰ ਕਰਨਾ ਚਾਹੁੰਦਾ ਕਿ ਜਿਵੇਂ ਅਸੀਂ ਸਮਾਜ ਦੇ ਅੰਦਰ ਆਪਣੇ ਸੋਸ਼ਲ ਸਾਈਕੀ ਦੇ ਵਿੱਚ ਬ੍ਰਾਹਮਣਵਾਦ ਦੀ ਭੂਮਿਕਾ ਨੂੰ ਨੋਟ ਕੀਤਾ ਹੈ, ਸਾਨੂੰ ਇੱਕ ਹੋਰ ਚੀਜ਼ ਨੋਟ ਕਰਨ ਵਾਲੀ ਹੈ ਕਿ ਪਿਛਲੇ ਦਿਨਾਂ ਦੇ ਵਿੱਚ ਦੇਸ਼ 'ਚ ਇੱਕ ਸਰਕਾਰ ਬਣਦੀ ਹੈ, ਇਹੀ ਮੋਦੀ ਜੀ ਦੀ ਸਰਕਾਰ, ਜਿਹਦਾ ਦਾਅਵਾ ਹੈ ਕਿ ਅਸੀਂ ਦੇਸ਼ ਨੂੰ ਨੰਬਰ 1 ਬਣਾ ਦਿਆਂਗੇ। ਇਹ ਜਿਹੜੀ ਨੰਬਰ 1 ਦੀ ਸਾਈਕੀ ਹੈ, ਅਸੀਂ ਦੇਸ਼ ਨੂੰ ਦੁਨੀਆ ਦੇ ਬਰਾਬਰ ਲੈ ਆਵਾਂਗੇ, ਸਾਰੀ ਦੁਨੀਆ ਦੇ ਦੇਸ਼ ਬਰਾਬਰ ਹੋ ਜਾਣਗੇ, ਸਾਰੇ ਲੋਕ ਬਰਾਬਰ, ਇਹ ਇੱਕ ਮਾਡਰਨ ਗੱਲ ਹੈ, ਡੈਮੋਕ੍ਰੈਟਿਕ ਗੱਲ ਹੈ। ਲੇਕਿਨ ਉਹ ਤੋਂ ਉਲਟ ਬਹੁਤ ਹੀ ਪੁਰਾਤਨ ਗੱਲ ਜਿਹੜੀ ਹੈਗੀ ਹੈ ਕਿ ਅਸੀਂ ਦੇਸ਼ ਨੂੰ ਸਭ ਤੋਂ ਉੱਪਰ ਲੈ ਜਾਵਾਂਗੇ। ਇਹ ਜਦੋਂ ਸਭ ਤੋਂ ਉੱਪਰ ਦੇਸ਼ ਜਾਏਗਾ ਤੇ ਫਿਰ ਕਿਸੇ ਨੂੰ ਕੁੱਟ ਕੇ ਹੀ ਅੱਗੇ ਜਾਏਗਾ, ਤੇ ਕੁੱਟੀ ਜਾਂਦੇ ਨੇ ਲੋਕ। ਭੀੜਾਂ ਜਿਹੜੀਆਂ ਨੇ ਉਹਨਾਂ ਨੂੰ ਜਦੋਂ ਡਾਇਰੈਕਸ਼ਨ ਪੋਲੀਟੀਕਲੀ ਮਿਲਦੀ ਹੈ। ਸਾਡਾ ਲਿਟਰੇਚਰ, ਸਾਡਾ ਸਾਹਿਤ, ਸਾਡੇ ਗਾਣੇ, ਸਾਡੇ ਅਫਸਾਨੇ, ਇਹ ਸਭ ਸਾਡੇ ਬਾਰੇ ਕੀ ਕਹਿੰਦੇ ਨੇ? ਇਹਨਾਂ ਵਿੱਚ ਲੋਕ ਕਹਿੰਦੇ ਨੇ ਜ਼ਿੰਦਗੀ ਦਾ ਸੱਚ ਪਿਆ ਹੁੰਦਾ ਹੈ, ਜੋ ਕਹਾਣੀ ਜਿਹੜੀ ਹੁੰਦੀ ਹੈ, ਜਿਹੜੀ ਫਿਕਸ਼ਨ ਹੁੰਦੀ ਹੈ, ਉਹ ਰਿਐਲਿਟੀ ਹੁੰਦੀ ਹੈ। ਉਹ ਸਾਨੂੰ ਕਿਸ ਕਿਸਮ ਦਾ ਚਿਹਰਾ ਦਿਖਾਉਂਦੀ ਹੈ? ਹਾਂ ਬਿਲਕੁਲ। ਆਪਾਂ ਜਦੋਂ ਹਿੰਦੀ ਚ ਭਈਆ ਕਹਿੰਦੇ ਆ ਤਾਂ ਉਹਦਾ ਹੋਰ ਅਰਥ ਆਉਂਦਾ। ਜਦੋਂ ਅਸੀਂ ਭਈਆ ਕਹਿ ਕੇ
ਆਵਾਜ਼ ਮਾਰਦੇ ਆ ਉਹ ਬਾਹਰ derogatory। ਤੋਂ ਉਹ ਆਏ ਤਾਂ ਸਾਨੂੰ ਪਤਾ ਬੰਦੇ ਹੈ ਨੂੰ ਸਾਤੋਂ ਉਹਦਾ ਨੀਵਾਂ ਹੈ, ਅਰਥ ਗਰੀਬ ਬਿਲਕੁਲ clear ਹੈ, ਹੁੰਦਾ। ਇੱਥੇ ਤੂੰ ਕੱਲਾ ਤੈਨੂੰ ਕੁੱਟਿਆ ਜਾ ਸਕਦਾ ਹੈ, ਬਿਲਕੁਲ ਦੇਸ਼ ਤੇਰਾ clear ਹੁੰਦਾ। ਦੂਰ ਦੁਰਾਡੇ ਹੈ, ਬਿਹਾਰ ਹੈ। ਇਹ ਜਿਹੜੀ ਸਾਡੀ ਮਨੋਦਸ਼ਾ ਬਣੀ ਹੈ, ਇਹ ਕੋਈ ਇੱਕ ਦਿਨ ਚ ਨਹੀਂ ਬਣੀ। ਨਾਲੇ ਪੰਜਾਬ ਪੁਲਿਸ ਦਾ ਪੱਕਾ ਸਾਡੇ ਨਾਲ ਹੈ ਨਾ। ਜਦੋਂ ਸਿਮੋਨ ਸੈਕੰਡ ਸੈਕਸ ਕਿਤਾਬ ਲਿਖਦੀ ਤੇ ਉਹ ਕਹਿੰਦੀ ਔਰਤ ਜੰਮਦੀ ਨਹੀਂ ਹੈ, ਇਹ ਘੜੀ ਜਾਂਦੀ ਹੈ। ਤੇ ਮੈਂ ਕਹਿੰਦਾ ਮਰਦ ਵੀ ਜੰਮਦਾ ਨਹੀਂ ਹੈ, ਮਰਦਾਂ ਵਰਗਾ ਉਹ ਵੀ ਘੜਿਆ ਹੀ ਜਾਂਦਾ ਹੈ। ਤੇ ਜਿਹੜੀ ਅਸੀਂ Gender is a ਜਾਤ ਦੀ- construction। ਜਿਹੜੀ ਅਸੀਂ ਜਾਤ ਦੀ ਨਸਲ ਦੀ ਭਾਵਨਾ ਆਪਣੇ ਮਨਾਂ ਦੇ ਅੰਦਰ ਰੱਖਦੇ ਆ, ਇਹ ਵੀ ਬੇਸਿਕਲੀ ਇੱਥੇ ਹੀ ਘੜੀ ਹੀ ਜਾਂਦੀ ਹੈ ਔਰ ਇਹ ਸਦੀਆਂ ਤੋਂ ਘੜੀ ਜਾ ਰਹੀ। ਸਵਾਲ ਤਾਂ ਸਿਰਫ ਇਹ ਆ ਵੀ ਇਸ ਜਿਹੜੀ ਘਾੜਤ ਹੈ ਇਹਦੇ ਵਿੱਚ ਅਸੀਂ ਵੱਢ ਕਿੰਨਾ ਮਾਰ ਸਕਦੇ ਹਾਂ। ਘੜੀ ਤੇ ਬਚਪਨ ਤੋਂ ਜਾਂਦੀ ਹੈ ਨਾ। ਜਦ ਮੈਨੂੰ ਬਚਪਨ ਤੋਂ ਪਤਾ ਹੈ ਵੀ ਗੋਰਾ ਚੰਗਾ ਹੁੰਦਾ ਤੇ ਕਾਲਾ ਮਾੜਾ ਹੁੰਦਾ ਹੈ। ਇਹੀ ਮੈਂ ਕਹਿ ਰਿਹਾ ਵੀ ਗੁਆਂਢੀਆਂ ਦੀ ਨੋ ਗੋਰੀ ਚਿੱਟੀ ਸੋਹਣੀ ਹੈ। ਬਲੈਕ ਸਟਾਰ ਤੇ 골ਡਨ ਸਟਾਰ ਹੈਂ? ਬੱਚਿਆਂ ਹਾਂ। ਨੂੰ ਇਹਦੇ 'ਚ ਫਿਰ ਵੱਢ ਮਾਰਨ ਲਈ ਕਦੇ-ਕਦੇ ਅੱਛੀਆਂ ਰਚਨਾਵਾਂ ਇਹ ਬਲੈਕ ਆਉਂਦੀਆਂ। ਸਟਾਰ ਵੀ ਮਿਲਦੇ ਨੇ ਬਿਲਕੁਲ ਅਰਜੁਨ? ਬੱਚਿਆਂ ਨੂੰ ਸਕੂਲਾਂ ਵਿੱਚ ਮਿਲਦੇ ਨੇ। ਸਕੂਲ ਵਿੱਚ ਮਿਲਦੇ ਆ, ਬਲੈਕ ਸਟਾਰ ਦਿੱਤਾ ਜਾਂਦਾ। ਕਾਲੇ ਨੂੰ ਮਾੜੇ ਨਾਲ, ਘਟੀਆ ਨਾਲ ਜੋੜਨਾ, ਬਲੈਕ ਮਾਰਕ। ਹਾਂ ਬਿਲਕੁਲ ਇਦਾਂ ਹੀ ਵਾਪਰਦਾ। ਮੈਂ ਕਹਿ ਰਿਹਾ ਕਦੇ-ਕਦੇ ਫਿਰ ਵੱਢ ਮਾਰਨ ਵਾਲੀਆਂ ਰਚਨਾਵਾਂ ਆ ਵੀ ਜਾਂਦੀਆਂ ਜਿਨ੍ਹਾਂ ਦੇ ਵਿੱਚ ਤੁਸੀਂ ਇਹਨਾਂ ਗੱਲਾਂ ਬਾਰੇ ਮਨੋਦਸ਼ਾ ਦੇ ਉੱਤੇ ਅਟੈਕ ਕਰਦੇ ਹੋ। ਜਦੋਂ ਕੋਰਟ ਮਾਰਸ਼ਲ ਨਾਟਕ ਖੇਡਿਆ ਜਾਂਦਾ ਉਹ ਦੇਖਣ ਨੂੰ ਤਾਂ ਇਹੀ ਲੱਗਦਾ ਕਿ ਇੱਕ ਫੌਜੀ ਦਾ ਦੂਸਰੇ ਫੌਜੀ ਨੇ ਕਤਲ ਕਰ ਦਿੱਤਾ ਤੇ ਉਹਦਾ ਕੋਰਟ ਮਾਰਸ਼ਲ ਹੋ ਰਿਹਾ, ਪਰ ਜਦੋਂ ਅਸੀਂ ਫਾਈਨਲੀ ਨਾਟਕ ਦੇ ਸਿਖਰ ਤੇ ਪਹੁੰਚਦੇ ਹਾਂ ਤੇ ਸਾਨੂੰ ਲੱਗਦਾ ਨਹੀਂ ਇਹ ਫੌਜੀਆਂ ਦਾ ਕੋਰਟ ਮਾਰਸ਼ਲ ਨਹੀਂ ਹੋਇਆ, ਇਹ ਭਾਰਤ ਦੀ ਵਰਣ ਵਿਵਸਥਾ ਜਾਤੀਵਾਦੀ ਸਿਸਟਮ ਦਾ ਇੱਕ ਕੋਰਟ ਮਾਰਸ਼ਲ ਸਾਡੇ ਸਾਹਮਣੇ ਸਵਦੇਸ਼ ਦੀਪਕ ਨੇ ਕਰਕੇ ਰੱਖ ਦਿੱਤਾ। ਜਦੋਂ ਅਸੀਂ ਅਤਰਜੀਤ ਦੀ ਕਹਾਣੀ ਠੂਆਂ ਪੜ੍ਹਦੇ ਹਾਂ ਜਿਹਦੇ ਵਿੱਚ ਇੱਕ ਜੱਟ ਕਿਸੇ ਦੇ ਘਰ ਮਕਾਨ ਬਣ ਰਿਹਾ ਤੇ ਉੱਥੇ ਮਜ਼ਦੂਰੀ ਕਰਨ ਜਾਂਦਾ ਕਿਉਂਕਿ ਗਰੀਬ ਹੋ ਗਿਆ, ਹੁਣ ਉਹਦੇ ਕੋਲੇ ਖੇਤੀ ਨਹੀਂ ਹੈ, ਇਸ ਕਰਕੇ ਉਹਨੂੰ ਚੌਕ ਦੇ ਉੱਤੇ ਖੜੇ ਹੋ ਕੇ ਕਿਸੇ ਦੇ ਘਰ ਕੰਮ ਜਦੋਂ ਦੁਪਹਿਰ ਦੀ ਰੋਟੀ ਖਾਣ ਲੱਗਦੇ ਨੇ ਤੇ ਉਦੋਂ ਪਤਾ ਲੱਗਦਾ ਵੀ ਜਿਹਦੇ ਘਰ ਵਿੱਚ ਮੈਂ ਇੱਟਾਂ ਢੋ ਰਿਹਾ ਉਹ ਤਾਂ ਦਲਿਤ ਹੈ। ਤੇ ਬੰਦਾ ਰੋਟੀ ਵਾਲੇ ਟਾਈਮ ਉੱਠ ਕੇ ਉੱਥੋਂ ਚਲਾ ਜਾਂਦਾ, ਕਹਿੰਦੇ ਹੋਇਆ ਕੀ, ਕਹਿੰਦਾ ਮੇਰੇ ਠੂਆਂ ਲੜ ਗਿਆ। ਅਸਲ 'ਚ ਇਹ ਜਿਹੜਾ ਸਾਨੂੰ ਜਾਤ ਦਾ ਸੁਪੀਰੀਅਰਿਟੀ ਦਾ ਠੂਆਂ ਲੜਦਾ ਇਹ ਬਹੁਤ ਪ੍ਰੋਬਲਮੈਟਿਕ। ਔਰ ਇਹਦਾ ਇਲਾਜ ਮੈਂ ਇਹ ਨਹੀਂ ਕਹਿੰਦਾ ਰਾਤੋਂ ਰਾਤ ਹੋ ਜਾਣਾ, ਮੈਂ ਤੁਹਾਨੂੰ ਇੱਕ ਗੱਲ ਜ਼ਰੂਰ ਪੁੱਛਾਂਗਾ ਕਿ ਕੀ ਇਹਦਾ ਇਲਾਜ ਇਕਨੋਮਿਕਸ ਵਿੱਚ ਪਏ ਨੇ ਕਿ ਮੋਨੇਟਾਈਜ਼ ਕਰਕੇ ਦੱਸਿਆ ਜਾਵੇ ਕਿ ਭਰਾਵੋ ਦਲਿਤ ਭਾਈਚਾਰਾ ਜਿਹੜਾ ਹੈ ਉਹ ਇੰਨੇ ਬਿਲੀਅਨ ਦੀ ਕੰਟਰੀਬਿਊਸ਼ਨ ਕਰਦਾ ਹੈ, ਇਸ ਕਰਕੇ ਵਿਤਕਰਾ ਸਮਾਪਤ ਕਰ ਦਿਓ ਤੇ ਜਿਹੜੀ ਫਲਾਨ ਕਾਸਟ ਹੈ ਕੱਲੀ ਕਾਸਟ ਦੀ ਮੋਨੇਟਾਈਜੇਸ਼ਨ। ਮੈਂ ਇਸ ਲਈ ਪੁੱਛ ਰਿਹਾ, ਮੈਨੂੰ ਬ੍ਰੇਕ ਲਈ ਰੁਕਣਾ ਪੈ ਰਿਹਾ, ਸਿਰਫ ਬ੍ਰੇਕ ਲਈ ਰੁਕਣਾ ਪੈ ਰਿਹਾ ਕਿਉਂਕਿ ਜਿਹੜੇ ਸਭ ਤੋਂ ਕਨਵਿੰਸਿੰਗ ਕਾਰਨ ਦਿੱਤੇ ਗਏ ਨੇ ਕਿ ਸਾਨੂੰ ਅਫਰੀਕਨ ਦੇਸ਼ ਦੇ ਲੋਕਾਂ ਦਾ ਕਿਉਂ ਧਿਆਨ ਰੱਖਣਾ ਚਾਹੀਦਾ ਹੈ। ਕਿੰਨਾ ਵਪਾਰ ਭਾਈ ਦੇਸ਼ ਸਾਹਿਬ ਦੇ ਨਾਲ ਕਰ ਰਹੇ 70 ਬਿਲੀਅਨ ਡਾਲਰ ਦੀ ਟ੍ਰੇਡ ਰਿਲੇਸ਼ਨਸ਼ਿਪ ਹੈ, 25000 ਸਟੂਡੈਂਟ ਆ ਰਿਹਾ, 22000 ਅਸੀਂ ਸਕਾਲਰਸ਼ਿਪ ਦੇ ਰਹੇ ਹਾਂ ਤੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੀ ਪਰਮਾਨੈਂਟ ਮੈਂਬਰਸ਼ਿਪ ਲਈ ਸਾਨੂੰ ਅਫਰੀਕਨ ਦੇਸ਼ਾਂ ਦੇ ਸਾਥ ਦੀ ਬੜੀ ਲੋੜ ਹੈ। ਇਸ ਲਈ ਉਹਨਾਂ ਦੇ ਲੋਕਾਂ ਨੂੰ ਕਿਰਪਾ ਸੇ ਦਿੱਲੀ ਦੀਆਂ ਸੜਕਾਂ ਤੇ ਨਾ ਕੁੱਟੋ। ਫਿਰ ਤਾਂ ਛੋਟੇ ਮੁਲਕਾਂ ਨਾਲ ਤੇ ਗਰੀਬ ਬੰਦੇ ਕੈਸਾ ਨਾਲ ਆਰਗੂਮੈਂਟ ਹੈ, ਕੈਸਾ ਆਰਗੂਮੈਂਟ ਹੈ ਤੇ ਦਲਿਤ ਭਾਈਚਾਰਾ ਇਸ ਆਰਗੂਮੈਂਟ ਤੋਂ ਕੋਈ ਫਾਇਦਾ ਉਠਾ ਸਕਦਾ ਹੈ। ਇਸ ਬ੍ਰੇਕ ਤੋਂ ਬਾਅਦ ਬ੍ਰੇਕ ਤੋਂ ਬਾਅਦ ਫਿਰ ਸਵਾਗਤ ਹੈ ਜੀ। ਤੇ ਸਾਰੇ ਅੰਕੜੇ ਸਰਕਾਰੀ ਨੇ ਤੇ ਸਾਰੇ ਆਰਗੂਮੈਂਟ ਸਰਕਾਰੀ ਨੇ। ਇਹ ਮੈਂ ਦੱਸਿਆ ਸੀ ਤੁਹਾਨੂੰ 70 ਬਿਲੀਅਨ ਦਾ ਟ੍ਰੇਡ ਰਿਲੇਸ਼ਨਸ਼ਿਪ ਹੈ। ਹੈਡਸ ਆਫ ਮਿਸ਼ਨਸ ਜਿਹੜੇ ਨੇ ਅਫਰੀਕਨ ਸਟੇਟਸ ਦੇ, ਉਹਨਾਂ ਨੇ ਕਿਹਾ ਕਿ ਜਿਹੜਾ ਇਹ ਐਫਰੋਫੋਬੀਆ ਕਿ ਅਫਰੀਕਨ ਮੂਲ ਦੇ ਦੇਸ਼ਾਂ ਦੇ ਲੋਕਾਂ ਬਾਰੇ ਤੁਸੀਂ ਇਸ ਕਿਸਮ ਦਾ ਭਰਮ ਫੈਲਾਓ ਕਿ ਇਹ ਨਸ਼ੇ ਕਰਦੇ ਨੇ, ਪ੍ਰੋਸਟੀਟਿਊਸ਼ਨ 'ਚ ਇਨਵੋਲਵਡ ਨੇ, ਝਗੜਾ ਕਰਦੇ ਨੇ, ਐਕਸੈਸਿਵਲੀ ਐਗਰੈਸਿਵ ਹੈਗੇ ਨੇ, ਮਾਰਕੁੱਟ ਕਰਦੇ ਨੇ, ਇਹ ਤੁਸੀਂ ਨਾ ਕਰੋ ਕਿਉਂਕਿ ਸਾਡੇ ਨਾਲ ਤੁਹਾਡੇ ਵਪਾਰਕ ਸਬੰਧ ਬੜੇ ਅੱਛੇ ਨੇ, ਸਾਡੇ ਹਿਸਟੋਰੀਕਲ ਸਬੰਧ ਨੇ। ਰਾਸ਼ਟਰਪਤੀ ਨੇ ਕਿਹਾ ਬਹੁਤ ਪੁਰਾਣੇ ਹਿਸਟੋਰੀਕਲ ਸਬੰਧ ਨੇ, ਮਹਾਤਮਾ ਗਾਂਧੀ ਦਾ ਨਾਮ ਲੈ ਕੇ ਦੁਹਾਈ ਦਿੱਤੀ ਜਾਂਦੀ ਹੈ। ਅੰਬੂ ਜੀ, ਜੇ ਇਹ ਇਕਨੋਮਿਕ ਆਰਗੂਮੈਂਟ ਤੇ ਜੀਓ ਸਟ੍ਰੈਟੇਜਿਕ ਇੰਪੋਰਟੈਂਸ ਵਾਲੇ ਦੇਸ਼ਾਂ ਲਈ ਜਿਨ੍ਹਾਂ ਨੇ ਯੂਨਾਈਟਿਡ ਨੇਸ਼ਨ ਸਿਕਿਉਰਿਟੀ ਕਾਉਂਸਲ ਦੇ ਵਿੱਚ ਆਪਣੀ ਕੁਰਸੀ ਪੱਕੇ ਤੌਰ ਤੇ ਲਵਾਣੀ ਹੋਵੇ, ਦੇਖੋ ਅੱਜ ਵੀਟੋ ਪਾਵਰ ਸਿਰਫ 5 ਦੇਸ਼ਾਂ ਕੋਲ ਹੈ, ਜੇ ਸਾਡੇ ਕੋਲ ਪਰਮਾਨੈਂਟ ਮੈਂਬਰਸ਼ਿਪ ਆ ਜਾਂਦੀ ਹੈ ਤੇ ਦੁਨੀਆ 'ਚ ਸਾਡਾ ਜਿਹੜਾ ਕੱਦ ਹੈ ਮੋਦੀ ਸਾਹਿਬ ਦਾ ਤੇ ਵਧੇਗਾ ਹੀ, ਸਾਡਾ ਵੀ ਬਹੁਤ ਵਧੇਗਾ, ਦੇਸ਼ ਦਾ ਬੜਾ ਵਧੇਗਾ। ਉਹਦੇ ਲਈ ਇਹਨਾਂ ਅਫਰੀਕਨ ਕੰਟਰੀਜ਼ ਦੀ ਬੇਹੱਦ ਜ਼ਰੂਰਤ ਹੈ, ਉਹਨਾਂ ਦੀ ਸਪੋਰਟ ਦੀ ਜ਼ਰੂਰਤ ਹੈ। ਮੈਂ ਇਹ ਪੁੱਛਣਾ ਚਾਹ ਰਿਹਾ ਕਿ ਦਲਿਤ ਭਾਈਚਾਰੇ ਦੀ ਵੀ ਕੋਈ ਮੋਨੇਟਾਈਜੇਸ਼ਨ ਕਰਕੇ ਆਰਗੂਮੈਂਟ ਬਣਾਇਆ ਜਾਵੇ ਕਿ ਤੁਸੀਂ ਖੇਤਾਂ ਵਿੱਚ ਇੰਨਾ ਕੰਮ ਕਰਦੇ ਹੋ, ਸਾਡੇ ਸੀਵਰ ਸਾਰੇ ਤੁਸੀਂ ਸਾਫ਼ ਕਰਦੇ ਹੋ, ਸਾਰਾ ਸਫਾਈ ਸੇਵਕਾਂ ਦਾ ਕੰਮ ਤੁਸੀਂ ਆਪਣੇ ਜ਼ਿੰਮੇ ਲਿਆ ਹੈ, ਕਿਉਂਕਿ ਸਾਨੂੰ ਸਾਰਿਆਂ ਦੀ ਸੜਕ ਤੇ ਝਾੜੂ ਦੇਣ ਵਾਲਿਆਂ ਦੀ ਕਾਸਟ ਪਤਾ ਹੁੰਦੀ ਹੈ, ਉਹਦੀ ਮੋਨੇਟਾਈਜੇਸ਼ਨ ਕਰਕੇ ਵੀ ਕੋਈ ਆਰਗੂਮੈਂਟ ਬਣਦਾ ਹੈ ਜਾਂ ਤੁਹਾਨੂੰ ਲੱਗਦਾ ਹੈ ਇਸ ਆਰਗੂਮੈਂਟ 'ਚ ਕੋਈ ਪ੍ਰੋਬਲਮ ਹੈ, ਇਸ ਕਰਕੇ ਬੰਦੇ ਨੂੰ ਨਾ ਕੁੱਟੋ ਕਿਉਂਕਿ 70 ਬਿਲੀਅਨ ਡਾਲਰ ਦਾ ਟ੍ਰੇਡ ਹੈ, ਜਾਂ ਪੁੱਛ ਲਓ ਭਾਈ ਕਾਂਗੋ ਨਾਲ ਸਾਡਾ ਕਿੰਨਾ ਟ੍ਰੇਡ ਹੈ, ਕੋਈ ਖਾਸ ਨਹੀਂ, ਨਾ ਇੰਪੋਰਟ ਲਾਓ ਕੰਨ ਤੇ ਤੱਪੜ ਚਾਹ। ਆਰਗੂਮੈਂਟ ਇਸੇ ਦਿਸ਼ਾ ਜਾ ਰਿਹਾ ਹੈ। ਆਰਗੂਮੈਂਟ ਇਹੀ ਕਹਿ ਰਿਹਾ
इसलिए वही argument मुझे है। लगता है कि ये जो हिंसा अफ्रीका के छात्रों पर हुई और निर्मम ये हत्या हुई, जी। ये सुर्खियों का कारण शायद ये भी वजह है कि हमारे प्रधानमंत्री की अभी अफ्रीका यात्रा है और हमारे प्रणब मुखर्जी राष्ट्रपति का बयान बिल्कुल, सुबह के हमीद कल के अंसारी अखबार जी में ने रहा हुन है। जाना, वो already he is already on the Africa tour। उसके हाँ। राजनीतिक सवाल अलग ढंग से जी। रहेंगे। मुझे जहाँ तक मैं जाति के सवाल पर, दलितों के विषय पर जो बात रखना चाहूँगा अपने भाइयों की, वो ये कहना चाहूँगा कि यहाँ पे एक नेतृत्व जो है उसकी मुझे लगता है एक बहुत मुझे लगता है कि जो उस सवाल को आगे ले जाकर, जैसे डॉक्टर भीमराव अंबेडकर ने अपने समय में एक बहुत लंबे विजन के साथ सोचा और देखा, और हम काशीराम जी के बारे में भी पढ़ते हैं जिन्होंने एक अलग राजनीतिक तौर एक अपनी का contribution प्रयास हमारी, किया। बिल्कुल। वो स्तर या वो उस तरीके का जो संघर्ष उस दौरान रहा, वो आज के समय में हम उसे कैसे देख पाएंगे? और वो सोच, वो एक जो एक क्रिटिकल रिफ्लेक्शन है, वो स्पेस का निर्माण कहाँ और कैसे होगा, इसे भी वो खुद तय नहीं कर पाएंगे जब तक उनका कहीं एक बड़ा दखल हमें और देयर इज अ लीगल वे। अर्जुन जी, ਕੀ ਇਹ ਨਹੀਂ ਹੋ ਸਕਦਾ ਕਿ ਅਸੀਂ ਕਾਨੂੰਨੀ ਤੌਰ ਦੇ ਉੱਤੇ ਅਸੀਂ ਜਾਤੀ ਨੂੰ ਰੇਸ ਦੇ ਬਰਾਬਰ ਕਿਉਂ ਨਹੀਂ ਮੰਨਦੇ, ਨਸਲ ਕਿਉਂ ਨਹੀਂ ਬਣਾ ਦਿੰਦੇ? ਅਸੀਂ ਕਾਨੂੰਨੀ ਤੌਰ ਦੇ ਉੱਤੇ, ਕਿਉਂਕਿ ਨਸਲੀ ਹਿੰਸਾ ਦੇ ਖਿਲਾਫ ਤਾਂ ਬਹੁਤ ਸਖਤੀ ਹੈ, ਦੁਨੀਆ ਦੇ ਵਿੱਚ ਬੜਾ ਰੌਲਾ ਪੈਂਦਾ ਜੀ। ਨਸਲੀ ਹਿੰਸਾ ਦੇ ਖਿਲਾਫ। ਕਾਸਟ ਦੇ ਮਾਮਲੇ ਤੇ ਸਾਨੂੰ ਲੱਗਦਾ ਸ਼ਾਇਦ ਸਾਡੇ ਘਰ ਦੀ ਗੱਲ ਹੈ, ਤਾਂ ਸਾਡੇ ਹਿੰਦੁਸਤਾਨ ਦੀ ਆਪਸੀ ਗੱਲ ਹੈ, ਇਹ ਉਹਨਾਂ ਮੰਚਾਂ ਤੇ ਕਰਨ ਵਾਲੀ ਗੱਲ ਨਹੀਂ ਹੈ। ਹਿੰਦੂ ਸਮਾਜ ਦੀ ਏਕਤਾ ਦਾ ਸਵਾਲ ਖੜਾ ਹੋ ਜਾਂਦਾ ਜਿੱਥੇ ਰੇਸ ਦੀ ਗੱਲ ਹੈ। ਕਾਸਟ ਦੀ ਗੱਲ ਨਹੀਂ, ਹਿੰਦੂ ਸਮਾਜ ਦੀ ਏਕਤਾ ਦਾ ਸਵਾਲ ਖੜਾ ਹੋ ਜਾਂਦਾ। Is caste and race equal? Are they the same? ये शायद अंबू जी या बाकी लोग कहें, मैं सीधा इसका सवाल देता हूँ। कास्ट जैसे किसी ने कहा था, सेम नहीं पर सिमिलर है। उतनी ही डिस्क्रिमिनेशन है, अपनी इसकी कॉम्प्लेक्सिटी जरूर है, पर इनको टैकल करने का तरीका वही है। क्योंकि जैसे कहते हैं कि जाति नहीं है, जाति वो चीज होती है जाति नहीं है, और वैसे ही आपका रंग भेद वो है जो कभी नहीं जाता। तो दोनों ही, और डिस्क्रिमिनेशन भी वही होती है, सुपीरियर। इन रोला क्यों पाया गवर्नमेंट ऑफ इंडिया ने, जिस वेले गल हुई सी? मैं दो चीजें कहूंगा। आपका संविधान बनता है, उसमें कहा जाता है कि नस्ल और जाति दोनों के बेसिस पे भेदभाव नहीं होगा। बिल्कुल। कानून पर उसके बाद, क्योंकि स्ट्रगल भारत में रहती है, दलित समाज बाकियों की रहती है, इसलिए SC/ST एक्ट बन जाता है। कोई कुछ गाली दे दे, कुछ कहते हैं, वो क्रिमिनल ऑफेंस बन जाता है। पर क्योंकि जाति के आधार पर अभी तक इतनी कोई स्ट्रगल नहीं रही है, नॉर्थ ईस्ट की वो जो स्ट्रगल्स हैं यहाँ पे नहीं ट्रांसलेट हुई। हालांकि सरकार का अपना एक प्रपोजल था कि जैसे SC/ST एक्ट है, उसी लाइंस पर एक ऐसे एक्ट लाया जाएगा जिसमें आप जातिगत आधार पर अगर कुछ कहते हैं किसी को, उसको कानूनी अपराध माना जाएगा। इंटरनेशनल पदर पे आप देखिए क्या होता है। 1960 के आसपास सरकार कहती है कि हम मानते हैं कि जाति और नस्ल सेम है, सिमिलर है। हमारी सरकार कहती है, हिंदुस्तान की सरकार कहती है। केसी पंत जी की स्टेटमेंट थी, और 1965 में उस वक्त इन्होंने कहा कि हमारी सरकार मानती है कि दोनों सिमिलर हैं और इससे मिलकर लड़ना चाहिए। 2001 तक आते आते जो ह्यूमन राइट्स कमीशन के जज हैं श्री के रामास्वामी, उनका पर्सनल ओपिनियन था, डरबन की जो कॉन्फ्रेंस होती है वहां, वो कहते हैं कि मेरा पर्सनल ओपिनियन है कि जाति और नस्ल अभी भी एक है और हमें लड़ना चाहिए। और सरकार के जो नुमाइंदे थे उस वक्त, उमर अब्दुल्ला जो अब तक CM थे जम्मू कश्मीर के, वो कहते हैं कि हम इनसे डिफर करते हैं, हम मानते हैं कि दोनों अलग मामले हैं। तो एक फ्लिप फ्लॉप देखी जाती है। सो देयर वाज अ टाइम 1960 ਦੇ ਵਿੱਚ ਹਿੰਦੁਸਤਾਨ ਦੀ ਸਰਕਾਰ ਇਹ ਚਾਹੁੰਦੀ ਸੀ ਕਿ ਨਸਲ ਤੇ ਜਾਤੀ ਨੂੰ ਬਰਾਬਰ ਗਿਣਿਆ ਜਾਵੇ, और उसके खिलाफ लड़ा ਫਿਰ ਅਸੀਂ ਉਲਟਬਾਜ਼ੀ ਲਾ ਲਈ। उल्टबाजी इसलिए लगाई गई क्योंकि हम मानते हैं एक ये साडे देश दी इज्जत का सवाल है, देश की इज्जत का सवाल है, ताकि हम दूसरे देशों को ये कह सके कि तुम नस्लवादी हो, पर हम पे जब जातिवादी होने का सवाल उठता है वो किसी इंटरनेशनल फोरम में ना उठे, क्योंकि आज के दिन में कोई इंटरनेशनल फोरम है नहीं जहां ऐसा सवाल उठाया जा सकता है। मेरा ख्याल शायद ਇਹਦੀ ਵਜ੍ਹਾ ਇੱਕ ਇਹ ਵੀ ਹੋਵੇ ਕਿ ਜਦੋਂ ਅਸੀਂ 60ਵਿਆਂ ਤੱਕ ਗੱਲ ਕਰਦੇ ਸੀ, ਉਦੋਂ ਤੱਕ ਸਾਨੂੰ 47 ਤੋਂ ਪਹਿਲਾਂ ਦਾ ਸੰਘਰਸ਼ ਯਾਦ ਸੀ, ਆਜ਼ਾਦੀ ਦਾ ਅੰਦੋਲਨ, ਜਿਹਦੇ ਵਿੱਚ ਅਸੀਂ ਇਸ ਗੱਲ ਲਈ ਲੜ ਰਹੇ ਸੀ ਕਿ ਹਰ ਕਿਸਮ ਦਾ ਵਿਤਕਰਾ ਦੂਰ ਹੋਣਾ ਚਾਹੀਦਾ। ਪਰ ਉਸ ਤੋਂ ਬਾਅਦ ਅਸੀਂ ਆਪ ਇੰਨੇ ਆਜ਼ਾਦੀ ਦੇ ਅੰਦੋਲਨ ਵੇਲੇ ਜਾਂ ਉਸ ਤੋਂ ਪਹਿਲਾਂ ਦੇ ਸੁਨਹਿਰੀ ਸਮਿਆਂ ਦੇ ਭਾਰਤ ਵਿੱਚ ਕਿੰਨੀ ਕੁ ਖੂਬਸੂਰਤੀ ਸੀ, ਮੈਨੂੰ ਤਾਂ ਨਹੀਂ ਪਤਾ। ਸਿਰਫ ਕਾਨੂੰਨ, ਅਸੀਂ ਇੰਨੇ ਸੁਤੰਤਰ ਹੋ ਚੁੱਕੇ ਹਾਂ ਕਿ ਅਸੀਂ ਇਹਨਾਂ ਨੂੰ ਵੀ ਅਲੱਗ-ਅਲੱਗ ਸਿਰਫ ਕਾਨੂੰਨ ਪੜ੍ਹ ਰਿਹਾ ਮੈਂ। ਹਿੰਦ ਸਰਕਾਰ ਦਾ ਤੇ ਪਾਰਲੀਮੈਂਟ ਦਾ ਥਾਪੜਾ ਪ੍ਰਾਪਤ ਕਾਨੂੰਨ ਹੈ ਦੇਸ਼ ਦੇ ਵਿੱਚ। ਇਹ ਗੱਲ ਕਹਿ ਕੇ ਕਿ 2012 ਤੇ 13 ਦੇ ਵਿਚਕਾਰ 17% ਜਿਹੜੇ ਆ ਦਲਿਤ ਦੇ ਉੱਤੇ ਅਤਿਆਚਾਰ ਵਧੇ ਆ। ਇਹ NCRB ਦਾ ਡਾਟਾ ਹੈ। 2013-14 ਵਿੱਚ 19.4% ਵੱਧ ਗਏ ਆ, ਫਿਰ 14-15 ਦੇ ਵਿੱਚ ਲਗਾਤਾਰ ਐਟਰੋਸਿਟੀਜ਼ ਦੇ ਵਿੱਚ ਵਾਧਾ ਸਿਰਫ ਰਿਪੋਰਟਡ ਡਾਟਾ ਹੈ, ਇਹ ਰਿਪੋਰਟਡ ਹੈ, ਜਿਹਦੀਆਂ ਰਿਪੋਰਟਾਂ ਛਪਦੀਆਂ ਨੇ। ਪਰ ਜਦ ਮੈਂ ਕਾਨੂੰਨ ਪੜ੍ਹ ਰਿਹਾ, ਇਹਦੀ ਭਾਸ਼ਾ ਹੈ
ਇਹ ਹੈਗਾ ਸ਼ੈਡਿਊਲਡ ਕਾਸਟ ਐਂਡ ਸ਼ੈਡਿਊਲਡ ਟ੍ਰਾਈਬ ਪ੍ਰੀਵੈਂਸ਼ਨ ਆਫ ਐਟਰੋਸਿਟੀਜ਼ ਐਕਟ 1999 ਦਾ ਜੀ। ਕਿ ਉਹਨਾਂ ਦੇ ਉੱਤੇ ਨਾ ਹੋਵੇ। ਐਕਟ ਦੇਖੋ ਕੀ ਮਨਾ ਕਰਦਾ ਹੈ, ਕੀ ਮੈਂ ਨਹੀਂ ਕਰਨਾ। ਕਿਸੇ ਦਲਿਤ ਜਾਂ ਆਦੀਵਾਸੀ ਨੂੰ ਮੈਂ ਕੁਝ ਅਜਿਹਾ ਪੀਣ ਜਾਂ ਖਾਣ ਲਈ ਨਹੀਂ ਫੋਰਸ ਕਰ ਸਕਦਾ ਜਿਹੜਾ ਪੀਣ ਜਾਂ ਖਾਣ ਲਾਇਕ ਨਾ ਹੋਵੇ। ਜ਼ਾਹਿਰ ਹੈ ਮਿੱਟੀ ਜਾਂ ਉਸ ਤੋਂ ਘਟੀਆ ਕਿਸੇ ਚੀਜ਼ ਦੀ ਗੱਲ ਹੋ ਰਹੀ ਹੈ। जी ਮੈਂ ਫੋਰਸੀਬਲੀ ਉਸ ਦੇ ਕੱਪੜੇ ਨਾ ਉਤਾਰ ਸਕਾਂ ਜੇ ਵਿਅਕਤੀ ਦੇ ਜਿਹੜਾ ਸ਼ੈਡਿਊਲਡ ਕਾਸਟ ਹੈ ਸ਼ੈਡਿਊਲਡ ਟ੍ਰਾਈਬ ਹੋਵੇ, ਤੇ ਫਿਰ ਉਸ ਨੂੰ ਨੰਗਿਆਂ ਨਾ ਘੁਮਾ ਸਕਾਂ, ਨੇਕਡ ਔਰ ਪੇਂਟਡ ਫੇਸ, ਉਹਦੇ ਮੂੰਹ ਤੇ ਰੰਗ ਕਾਲਖ ਨਾ ਮਲਾ। ਜੀ। ਇਹ ਕਾਨੂੰਨ ਦੀ ਭਾਸ਼ਾ, ਕਾਨੂੰਨ ਵਿੱਚ ਇਹ ਕਿਹਾ ਗਿਆ ਕਿ ਇਹ ਚੀਜ਼ਾਂ ਨਹੀਂ ਕਰਨੀਆਂ। जी ਫੋਰ ਐਗਜ਼ਾਮਪਲ ਇਹ ਵੀ ਕਿਹਾ ਜਾ ਸਕਦਾ ਕਿ ਗਿੱਟੇ ਨਾ ਤੋੜੋ, ਗੁੱਡੇ ਨਾ ਤੋੜੋ, ਕਿਉਂਕਿ ਉਹ ਸਾਰਿਆਂ ਨਾਲ ਨੇ, ਇਹ ਇਹਨਾਂ ਨਾਲ ਖਾਸ ਨੇ। ਉਹਨੂੰ ਉਹਦੀ ਲੈਂਡ ਤੋਂ ਨਾ ਕੱਢੀਏ, ਉਸ ਨੂੰ ਬੌਂਡਡ ਲੇਬਰ ਨਾ ਰੱਖੀਏ, ਉਸ ਨੂੰ ਸੈਕਸ਼ੂਅਲੀ ਐਕਸਪਲੋਇਟ ਨਾ ਕਰੀਏ, ਉਸ ਦੇ ਪਾਣੀ ਦੇ ਵਿੱਚ ਕੁਝ ਗੰਦਾ ਪਦਾਰਥ ਨਾ ਪਾਈਏ, ਉਸ ਨੂੰ ਜਿੱਥੇ ਸਾਰੀ ਜਨਤਾ ਨੂੰ ਜਾਣ ਦਾ ਹੱਕ ਹੈ ਉਸ ਨੂੰ ਵੀ ਜਾਣ ਦਈਏ, ਕਿਉਂਕਿ ਉਹ ਜਨਤਾ ਦਾ ਇਹ ਹਿੱਸਾ ਨਹੀਂ ਹੈ। ਉਸ ਨੂੰ ਆਪਣੇ ਘਰ ਵਿੱਚੋਂ ਨਾ ਕੱਢੀਏ, ਪਿੰਡ ਵਿੱਚੋਂ ਨਾ ਕੱਢੀਏ, ਘਰ ਆਪਣੇ ਰੈਜ਼ੀਡੈਂਸ ਦੀ ਪਲੇਸ ਵਿੱਚੋਂ ਨਾ ਕੱਢੀਏ। ਜਿਹੜੀ ਇਹ ਡਿਟੇਲ ਹੈ ਨਾ, ਇਹ ਨੰਗਾ ਚਿੱਟਾ ਸ਼ੀਸ਼ਾ ਹੈ ਕਿ ਕੀ ਅਸੀਂ ਕਰਦੇ ਹਾਂ। ਤਾਂ ਹੀ ਤਾਂ ਕਾਨੂੰਨ ਬਣਾਉਣਾ ਪੈ ਰਿਹਾ ਕਿ ਇਹ ਨਹੀਂ ਕਰਨਾ, ਤਾਂ ਹੀ ਤਾਂ ਉਸ ਨੂੰ ਡਿਫਾਈਨ ਕਰਨਾ ਪੈ ਰਿਹਾ ਕਿ ਇਹ ਨਹੀਂ ਕਰਨਾ। ਹੋਰ ਕਿਸ ਨੂੰ ਨਸਲੀ ਢੰਗ ਭੇਦਭਾਵ ਕਹਿੰਦੇ ਨੇ? एसपी बिल्कुल आप सही कह ਮੈਂ रहे ਤੁਹਾਡੇ हैं ਮੂੰਹ ਵਿੱਚੋਂ ਨਾ ਪਾਵਾਂ ਜਿਹੜਾ ਨਾ ਹੀ ਪਾਣ ਯੋਗ, जी ਤੇ ਇਹਦਾ ਮਤਲਬ ਹੈ ਕਿਤੇ ਇਹ ਕੀਤਾ ਜਾ ਰਿਹਾ। जो ये लिख रहे ਤਾਜ਼ਾ हैं, ਉਦਾਹਰਣ ਹੈ जो लिख ਪਿਛਲੇ रहे ਦਿਨਾਂ 'ਚ ਇੱਕ हैं ਪ੍ਰੈਸ SP ਕਾਨਫਰੰਸ ਅਸੀਂ ਕੀਤੀ ਸੀ ਚੰਡੀਗੜ੍ਹ ਦੇ ਵਿੱਚ, ਜਦੋਂ ਸਾਨੂੰ ਇਹ ਤਨਾਸ ਵਾਲੇ ਮਾਮਲੇ 'ਚ ਗ੍ਰਿਫਤਾਰ ਕੀਤਾ ਹੈ। ਕੁਛ ਹੁੰਦਾ ਲੇਕਿਨ ਹਿਊਮਨ ਰਾਈਟ ਨੈਸ਼ਨਲ ਕਮਿਸ਼ਨ ਫਾਰ SC ST ਕੋਲ ਇਹ ਮਾਮਲਾ ਅੱਜ ਵੀ ਅੰਡਰ ਇਨਕੁਆਇਰੀ ਹੈ ਕਿ ਉਹਨਾਂ ਨੇ ਥਾਣੇ ਦੇ ਵਿੱਚ ਇੱਕ BA ਗ੍ਰੈਜੂਏਸ਼ਨ ਪਾਰਟ 2 ਦੇ ਸਟੂਡੈਂਟ ਜੋ ਕਿ ਸਾਡੇ ਨਾਲ ਸੀ, ਐਜੀਟੇਟਰਸ ਦਾ ਪਾਰਟ ਸੀਗਾ, ਉਹਨੂੰ ਜਦੋਂ ਪਤਾ ਲੱਗਦਾ ਕਿ ਇਹ ਦਲਿਤ ਹੈਗਾ, ਵਾਲਮੀਕੀ ਜਾਤੀ ਨਾਲ ਸੰਬੰਧ ਰੱਖਦਾ ਹੈ, ਤਾਂ ਉਸ ਦੇ ਮੂੰਹ ਦੇ ਵਿੱਚ ਗੰਦਗੀ ਪਾਈ ਗਈ ਹੈ। ਚੰਡੀਗੜ੍ਹ ਦੇ ਸੈਕਟਰ 34 ਦੇ ਥਾਣੇ ਦੇਸ਼ ਭਰ ਦੇ ਵਿੱਚੋਂ ਅਜਿਹੀਆਂ ਖਬਰਾਂ ਆਉਂਦੀਆਂ ਨੇ, ਦੇਸ਼ ਭਰ ਦੇ ਵਿੱਚੋਂ। चंडीगढ़ जो ये लोग लिख रहे हैं, ਔਰ ਕਦੀ ਇਹ ਬਿਹਾਰ ਦੇ ਹਿੰਟਰਲੈਂਡਸ ਤੋਂ, यूपी ਦੇ ਹਿੰਟਰਲੈਂਡਸ ਤੋਂ ਆਉਂਦੀਆਂ ਸੀ, ਅੱਜ ਇਹ ਸਾਊਥ ਦਿੱਲੀ ਤੋਂ ਵੀ ਆ ਸਕਦੀ ਹੈ, ਕੋਈ ਹੈਰਾਨੀ ਨਹੀਂ ਹੈ। ਇਹ ਪੋਸ਼ ਸ਼ਹਿਰ, ਚੰਡੀਗढ़ ਬਥੇਰਾ ਪੋਸ਼ शहर है, और कितना पोस्ट हो जावे कोई शहर। एसपी इसका कारण ये है कि जो लोग ये लिख रहे हैं, जो ये ड्राफ्ट कर रहे हैं, वो शिक्षित हैं, और जिसके लिए लिखा जा रहा है वो शिक्षित नहीं है। बिल्कुल अंबेडकर इस बात को लिख के गए, शिक्षित हो, संगठित हो और संघर्ष करो। लेकिन हमारी लोकतांत्रिक जो ढांचा है उसमें अगर हम शिक्षा का दायरा देखें तो हम पाएंगे कि दलित कम्युनिटी में और खास तौर से वाल्मीकि कम्युनिटी में शिक्षा का जो एक स्पेस है वो कितना ज्यादा कम है। ਸਰ ਜਿਹੜੀ ਸਿੱਖਿਆ ਦੀ ਸਪੇਸ ਘੱਟ ਹੈ ਸਿੱਖਿਆ ਲਈ, ਉਹ ਬੜੇ ਲੋਕਾਂ ਨੂੰ ਮਹਿਰੂਮ ਰੱਖਿਆ ਜਾ ਰਿਹਾ ਉਹਦੇ ਵਿੱਚ। ਇਹ ਠੀਕ ਹੈ ਕਿ ਜਿਹੜੇ ਨੀਵੀਂ ਜਾਤੀ ਦੇ ਲੋਕ ਨੇ, ਸੋ ਕਾਲਡ ਲੋਇਡ ਜਿਹੜੀ ਕਾਸਟ ਹੈ, ਉਹਨਾਂ ਦੇ ਜਿਹੜੇ ਲੋਕ ਨੇ ਉਹ ਜ਼ਿਆਦਾ ਮਹਿਰੂਮ ਨੇ, ਮੁਸਲਿਮ ਜ਼ਿਆਦਾ ਮਹਿਰੂਮ ਹੈ। ਇਹਦਾ ਬਹੁਤ ਡਾਟਾ। ਪਰ ਇਸ ਗੱਲ ਤੋਂ ਇਨਕਾਰੀ ਕੋਈ ਵੱਡਾ ਦੇਸ਼ ਕਿਵੇਂ ਹੋ ਸਕਦਾ ਹੈ ਕਿ ਅਸੀਂ ਰੇਸਿਸਟ ਨਹੀਂ ਆ? ਮੈਂ ਇਸ ਲਈ ਪੁੱਛ ਰਿਹਾ ਕਮਲਜੀਤ ਜੀ, ਕਿਉਂਕਿ ਦਿੱਲੀ ਦੇ ਵਿੱਚ ਨਾ ਬ੍ਰਿਕਸ ਦੀ ਸਮਿਟ ਮੀਟਿੰਗ ਸੀਗੀ, ਬ੍ਰਾਜ਼ੀਲ, ਰਸ਼ੀਆ ਦੇ ਨਾਲ ਹਿੰਦੁਸਤਾਨ ਨੇ ਮਿਲ ਕੇ, ਜਿਸ ਵੇਲੇ ਈਰਾਨ ਦੇ ਨਾਲ ਮਿਲ ਕੇ ਇੱਕ ਵੱਡਾ ਬਣਾਇਆ, ਤੇ ਤਿਬਤੀਅਨ ਰਿਫਿਊਜੀਜ਼ ਤੋਂ ਡਰ ਸੀ ਕਿ ਉਹ ਦਲਾਈ ਲਾਮਾ ਨੂੰ ਲੈ ਕੇ ਕੋਈ ਵੱਡੀ ਉੱਥੇ ਨਾ ਕਰਨ ਕਿਸੇ ਕਿਸਮ ਦਾ ਪ੍ਰੋਟੈਸਟ। ਪਰ ਤਿਬਤੀਅਨ ਕਿਵੇਂ ਪਛਾਣੇ ਜਾਣ, ਇਹ ਦਿੱਲੀ ਪੁਲਿਸ ਲਈ ਮੁਸ਼ਕਲ ਸੀ। ਜਾਂ ਤੇ ਪ੍ਰਮਾਤਮਾ ਮਦਦ ਕਰਦਾ ਤੇ ਤਿਬਤੀਅਨ ਦੇ ਫੀਚਰ ਨਾਰਥ ਈਸਟਰਨ ਦੇ ਫੀਚਰ ਤੋਂ ਵੱਖ ਹੁੰਦੇ। ਇਸ ਕਰਕੇ ਸਾਰਾ ਦਿਨ ਤੇ ਸਾਰੀਆਂ ਰਾਤਾਂ ਉਹ ਨਾਰਥ ਈਸਟਰਨ ਬੱਚਿਆਂ ਨੂੰ ਜਾ ਕੇ ਉਹਨਾਂ ਦੇ ਪਾਸਪੋਰਟ ਮੰਗਦੇ ਰਹੇ। ਤੇ ਮੈਂ ਮੀਡੀਆ ਵਿੱਚ ਖਬਰਾਂ ਪੜ੍ਹੀਆਂ ਕਿ ਫਿਰ ਕੁਝ ਮੌਕੇ ਤੇ ਮੌਜੂਦ ਆਥੈਂਟਿਕ ਇੰਡੀਅਨਸ ਨੇ ਉਹਨਾਂ ਬਾਰੇ ਵਾਊਚ ਕੀਤਾ ਕਿ ਜੀ ਨਹੀਂ ਇਹ ਤਾਂ ਸੱਚਮੁੱਚ ਭਾਰਤੀ ਹੀ ਹਨ, ਮਤਲਬ ਉਹ ਆਥੈਂਟਿਕ ਇੰਡੀਅਨ ਨੇ। ਮੈਂ ਆਥੈਂਟਿਕ ਇੰਡੀਅਨ ਹਾਂ ਕਿਉਂਕਿ ਮੈਂ ਨਾਰਥ ਈਸਟਰਨ ਨਹੀਂ ਦਿਸਦਾ, ਉਹ ਆਥੈਂਟਿਕ ਇੰਡੀਅਨ ਨਹੀਂ ਹੈ, ਮੈਂ ਕਿਸੇ ਦੀ ਜ਼ਮਾਨਤ ਦੇ ਸਕਦਾ। ਜਿਸ ਵੇਲੇ ਦਿੱਲੀ ਦੀ ਪੁਲਿਸ ਰੇਸਿਜ਼ਮ ਦੇ ਅਗੇਂਸਟ ਕਦਮ ਉਠਾਉਂਦੀ ਹੈ ਤੇ ਉਹ ਇੱਕ ਸਿਕਿਉਰਿਟੀ ਬੁਕਲੈਟ ਲਿਖਦੀ ਹੈ, ਸਿਕਿਉਰਿਟੀ ਟਿਪਸ ਫॉर ਨਾਰਥ ਈਸਟ ਸਟੂਡੈਂਟਸ। ਉਹਦੇ ਵਿੱਚ ਉਹਨਾਂ ਨੇ ਕਿਹਾ ਖਾਣਾ कैसे बनाए, कैसे ना बनाए, कैसे कपड़े पहने, कैसे ना पहने। ਤੇ ਇਹ ਜਦੋਂ ਸਾਨੂੰ ਕਿਹਾ ਜਾਂਦਾ ਹੈ ਜਦੋਂ ਕੱਪੜੇ ਪਾਣੋ, ਨਾਰਥ ਈਸਟ ਦੀਆਂ ਕੁੜੀਆਂ ਕਿਦਾਂ ਦੇ ਕੱਪੜੇ ਨਹੀਂ, ਜਦੋਂ ਆਸਟ੍ਰੇਲੀਆ ਦੀ ਇਹੀ ਹੁੰਦਾ ਨਾ, ਪੰਜਾਬੀ ਦੀਆਂ ਕੁੜੀਆਂ ਨੂੰ ਤਾਂ ਦੱਸਣ ਦੀ ਲੋੜ ਨਹੀਂ ਹੈ, ਯੂਪੀ ਦੀਆਂ ਕੁੜੀਆਂ ਨੂੰ ਦੱਸਣ ਦੀ ਲੋੜ ਨਹੀਂ ਹੈ। ਬਿਲਕੁਲ। ਲੇਕਿਨ ਦੂਜੇ ਪਾਸੇ ਆਸਟ੍ਰੇਲੀਆ ਦਾ ਇੱਕ ਪੁਲਿਸ ਅਫਸਰ, ਜਦੋਂ ਪੰਜਾਬੀਆਂ ਦੇ ਉੱਤੇ ਨਸਲੀ ਹਮਲੇ ਹੋਏ ਸੀਗੇ ਆਸਟ੍ਰੇਲੀਆ ਦੇ ਵਿੱਚ, ਉਦੋਂ ਆਸਟ੍ਰੇਲੀਅਨ ਪੁਲਿਸ ਦੇ ਇੱਕ ਅਫਸਰ ਨੇ ਸਿਮਿਲਰ ਬਿਆਨ ਦਿੱਤਾ ਸੀਗਾ ਕਿ ਇੰਡੀਅਨਸ ਨੂੰ ਇਨਸਟਰਕਸ਼ਨਸ ਨੇ ਕਿ ਉਹ ਟਰਾਮਾ ਦੇ ਵਿੱਚ ਮੈਟਰੋ ਸਟੇਸ਼ਨ ਦੇ ਉੱਤੇ ਉੱਚੀ ਆਵਾਜ਼ ਦੇ ਵਿੱਚ ਗਾਣੇ ਨਾ ਸੁਣਨ, ਉੱਚੀ ਆਵਾਜ਼ ਦੇ ਵਿੱਚ ਆਪਣੀ ਲੈਂਗੁਏਜ ਦੇ ਵਿੱਚ ਗੱਲ ਨਾ ਕਰਨ। ਔਰ ਆਸਟ੍ਰੇਲੀਆ ਦੇ ਨਾਲ ਸਾਰੇ ਹਿੰਦੁਸਤਾਨ ਦੇ ਬੱਚਿਆਂ ਦੇ ਉੱਤੇ ਇਸੇ ਕਿਸਮ ਦੇ ਨਾਲ ਸਿਮਿਲਰ ਅਟੈਕਸ ਹੋਏ ਨੇ। ਇਹ ਹੋਏ ਨੇ। ਦੇਖੋ
ਰੇਸਿਸਟ ਰੇਸ਼ੀਅਲੀ ਮੋਟੀਵੇਟਡ ਅਟੈਕਸ ਤਾਂ ਅਮਰੀਕਾ ਵਿੱਚ ਵੀ ਹੁੰਦੇ ਨੇ, ਯੂਰਪ ਵਿੱਚ ਵੀ ਹੁੰਦੇ ਨੇ, ਜ਼ਿਆਦਾ ਹੁੰਦੇ ਨੇ ਕੂ ਕਲਕਸ ਕਲੈਨ ਦੇ ਕੰਮਾਂ ਤੋਂ ਅਸੀਂ ਭਲੀ ਭਾਂਤ ਵਾਕਿਫ ਹਾਂ, ਜਿਸ ਤਰ੍ਹਾਂ ਸ਼ੇਵਨ ਹੈਡਸ ਨਾਜ਼ੀਜ਼ ਜਿਸ ਕਿਸਮ ਦੇ ਨਾਲ ਜਰਮਨੀ ਦੇ ਵਿੱਚ ਕਰਦੇ ਲੇਕਿਨ ਐਸਪੀ ਜੀ ਇਹਦੇ ਵਿੱਚ ਮੈਂ ਇੱਕ ਜ਼ੋਰ ਦੇ ਕੇ ਕਹਿਣਾ ਚਾਹੁੰਦਾ ਕਿ ਜਦੋਂ ਜਿਹੜਾ ਮਸਲਾ ਜਿਵੇਂ ਹੁਣ ਜੋ ਸ਼ਬਦੀਸ਼ ਜੀ ਨੇ ਵੀ ਕਿਹਾ ਇੱਥੇ ਕਿ ਸਾਡੇ ਸਮਾਜ ਦੇ ਵਿੱਚ ਹੈ, ਤੁਸੀਂ ਵੀ ਇਸ ਗੱਲ ਨੂੰ ਚਾਹ ਰਹੇ ਹੋ, ਲੇਕਿਨ ਮੈਂ ਕਹਿ ਰਿਹਾ ਕਿ ਕਿਧਰੇ ਸਮਾਜ ਦੇ ਵਿੱਚ ਛੱਡ ਕੇ ਅਸੀਂ ਚੀਜ਼ਾਂ ਨੂੰ ਵੇਗ ਨਾ ਕਰ ਦਈਏ। ਸਾਨੂੰ ਜ਼ਿੰਮੇਵਾਰੀ ਪਿਨ ਪੁਆਇੰਟ ਜ਼ਰੂਰ ਕਰਨੀ ਚਾਹੀਦੀ ਹੈ ਜੋ ਕਿ ਸਾਡੀਆਂ ਸਰਕਾਰਾਂ ਦੀ ਹੀ ਬਣਦੀ ਹੈ। ਸਮਾਜ ਵਿੱਚ ਪਤਾ ਨਹੀਂ ਕਿੱਥੇ, ਪਰ ਜੇ ਕਾਰ ਦੇ ਪਿੱਛੇ ਹੀ ਹੋਵੇ ਸ਼ਬਦੀਸ਼ ਜੀ, ਉੱਥੇ ਪਿੱਛੇ ਲਿਖਿਆ ਬਿਲਕੁਲ ਉਹ ਸਮਾਜ ਦਾ ਹੀ ਪਾਰਟ ਪੁੱਤ ਜੱਟਾਂ ਦੇ ਜੇ ਉਹ ਲਿਖਿਆ ਬਿਲਕੁਲ ਹੋਵੇ, ਸਮਾਜ ਦਾ ਹੀ ਪਾਰਟ ਹੈ। ਨਹੀਂ ਵੈਸੇ ਮੇਰੀ ਗੱਲ ਸੁਣੋ, ਤੁਹਾਨੂੰ ਪ੍ਰੋਬਲਮ ਤੁਸੀਂ ਮੈਨੂੰ ਪਹਿਲਾਂ ਨਹੀਂ ਕਹਿ ਰਹੇ ਸੀ ਪੁੱਤ ਜੱਟਾਂ ਦੇ ਲਿਖਿਆ ਹੋਵੇ। ਅੱਛਾ ਜੇ ਮੈਂ ਜੱਟਾਂ ਦਾ ਪੁੱਤ ਹੋਵਾਂ ਤੇ ਪਿੱਛੇ ਲਿਖਿਆ ਪੁੱਤ ਜੱਟਾਂ ਦੇ, ਕੀ ਪ੍ਰੋਬਲਮ ਕੀ ਹੈ? ਮੈਂ ਕਹਿੰਦਾ ਕੋਈ ਅਹਿਸਾਸ ਵੀ ਨਹੀਂ ਮੇਰੇ ਮਨ ਚ ਜਾਗਦਾ ਵੀ ਪੁੱਤ ਜੱਟਾਂ ਦੇ ਲਿਖਿਆ ਹੋਵੇ। ਮੈਂ ਕਹਿੰਦਾ ਠੀਕ ਹੈ ਲਿਖਿਆ, ਪਰ ਜੇ ਕਿਤੇ ਲਿਖਿਆ ਜਾਵੇ ਪਰ ਜੇ ਲਿਖਿਆ ਹੋਵੇ ਪੁੱਤ ਚਮਾਰਾਂ ਦੇ ਤੇ ਮੈਂ ਉਂਗਲ ਕਰਕੇ ਕਹਿੰਦਾ ਉਹ ਦੇਖੋ ਕੀ ਲਿਖਿਆ। ਇਹਦਾ ਮਤਲਬ ਪੁੱਤ ਜੱਟਾਂ ਦੇ ਚ ਮੈਨੂੰ ਤਾਂ ਪ੍ਰੋਬਲਮ ਹੈ ਜੇ ਮੈਂ ਕਿਸੇ ਇਹੋ ਜੀ ਜਾਤ ਨੂੰ ਬਿਲੋਂਗ ਕਰਦਾ ਜਿਹਦੇ ਬਾਰੇ ਮੈਂ ਫਖਰ ਦੇ ਨਾਲ ਨਹੀਂ ਕਹਿ ਪਾਉਂਦਾ, ਕਿਉਂਕਿ ਸਮਾਜਿਕ ਹਾਲਾਤ ਇਸ ਕਿਸਮ ਦੇ ਨੇ, ਤੁਹਾਨੂੰ ਵੀ ਪਤਾ, ਡਿਪਰੈਸਿੰਗ ਐਟਮੋਸਫੇਅਰ ਬਣਾ ਦਿੱਤਾ ਜਾਂਦਾ ਹੈ। ਮਤਲਬ ਉਹ ਕਹੇਗਾ ਕਿ ਭਾਈ ਮੈਂ ਜੱਟਾਂ ਦਾ ਪੁੰਡਾ ਪਿੱਛੇ ਲਿਖ ਲਿਆ, ਪੁੱਤ ਜੱਟਾਂ ਦੇ, ਤੂੰ ਜਿਨ੍ਹਾਂ ਦਾ ਹੈਗਾ ਪਿੱਛੇ ਲਿਖ ਲੈ, ਤੇ ਤੁਹਾਨੂੰ ਪਤਾ ਕਿ ਇਹੋ ਜਿਹਾ ਸਮਾਜ ਤੁਸੀਂ ਬਣਾਇਆ ਨਹੀਂ ਕਿ ਮੈਂ ਲਿਖ ਲਵਾਂ। ਯੈਸ ਮੈਂ ਕਹਿ ਰਿਹਾ ਕਿ ਇਹ ਸੋਸਾਇਟੀ ਦੀ ਹੈ, ਤਾਂ ਮੈਨੂੰ ਗਾਲੀ ਸੁਣਾਈ ਦੇ ਰਹੀ ਹੈ ਨਾ, ਮੈਨੂੰ ਗਾਲ ਪੜੀ ਜਾ ਰਹੀ ਹੈ। ਮੈਂ ਪਹਿਲਾਂ ਵੀ ਕਹਿ ਹਟਿਆ ਕਿ ਜੇ ਪੁੱਤ ਜੱਟਾਂ ਦੇ ਮੈਂ ਪੜਦਾ ਵਾਂ ਤੇ ਮੈਨੂੰ ਕੋਈ ਫਰਕ ਨਹੀਂ ਪੈਂਦਾ, ਪਰ ਜੇ ਮੈਂ ਪੁੱਤ ਚਮਾਰਾਂ ਦੇ ਪੜਦਾ ਵਾਂ ਤੇ ਮੈਂ ਦੂਸਰੇ ਨੂੰ ਕਹਿਣਾ ਉਹ ਦੇਖ ਕੀ ਲਿਖਿਆ, ਇੱਥੇ ਫਰਕ ਹੈ। ਇਹਦੇ ਜਾਣਾ ਦਾ ਪ੍ਰੋਬਲਮ ਐਸਪੀ ਸਿੰਘ ਜੀ ਮੈਂ ਇੱਕ ਗੱਲ ਜਿਹਦੇ ਤੇ ਪਿਨ ਪੁਆਇੰਟ ਕਰਨਾ ਚਾਹ ਰਿਹਾ। ਪੰਜਾਬ ਦੇ ਵਿੱਚ ਕਿਰਸਾਨੀ ਦਾ ਬੁਰਾ ਹਾਲ ਹੈ, ਤਾਂ ਜਿਹੜਾ ਸ਼ਬਦ ਆ ਉਹ ਕਿਰਸਾਨੀ ਦੀ ਜਗ੍ਹਾ ਜੱਟ ਯੂਜ਼ ਕੀਤਾ ਜਾ ਰਿਹਾ। ਪੰਜਾਬ ਦਾ ਜੱਟ ਫਾਹੇ ਲੈ ਰਿਹਾ, ਜੱਟ ਇਦਾਂ ਕਰ ਰਿਹਾ, ਕੋਈ ਅਸੀਂ ਭੁੱਲ ਜਾਂਦੇ ਆ ਕਿ ਅਸੀਂ ਇੱਕ ਕਾਸਟ ਦੀ ਗੱਲ ਕਰ ਰਹੇ ਹਾਂ। ਨਹੀਂ ਅਸੀਂ ਇਹ ਵੀ ਭੁੱਲ ਹੁਣ ਜਾਂਦੇ ਕੋਈ ਹਾਂ ਪਾਰਟੀ ਗਾਣੇ ਕੱਢ ਰਹੀ ਹੈ ਕਿ ਲੋਕ ਨਸ਼ਾ ਕਰ ਰਹੇ ਨੇ, ਤਾਂ ਇੱਕ ਖਾਸ ਕਾਸਟ ਤੇ ਇੱਕ ਖਾਸ ਧਰਮ ਦੇ ਲੋਕਾਂ ਦੇ ਉੱਤੇ ਜਗਸੀਰ ਜੀ ਦੀ ਬੋਲੀ ਆਂਦੀ ਹੈ ਜਿਹੜਾ ਸਾਰੇ ਦੇ ਉੱਤੇ ਬੜਾ ਤਿੱਖਾ ਕਮੈਂਟ ਕਰਦੀ ਹੈ। ਜਗਸੀਰ ਜੀ ਦਾ ਇੱਕ ਲੋਕ ਗਾਇਕ ਹੈ, ਬਿਲਕੁਲ ਉਹਨੇ ਇੱਕ ਲਾਈਨ ਬੜੇ ਵਧੀਆ ਦੋ ਲਾਈਨਾਂ ਲਿਖਦੇ ਨੇ ਉਹਨੇ, ਹਾਂ ਉਹ ਦੋ ਲਾਈਨਾਂ ਦੇ ਵਿੱਚ ਕੋਈ ਬੜੀ ਸਿੰਪਲ ਜੀ ਗੱਲ ਕੀਤੀ। ਉਹ ਕਹਿੰਦਾ ਜੱਟ ਦੀ ਜੂਨ ਬੁਰੀ ਤੇ ਅਸੀਂ ਗੁਲਾਮ ਆ ਜੱਟਾਂ ਦੇ। ਮਤਲਬ ਇੰਨੀ ਗੱਲ ਦੇ ਵਿੱਚ ਉਹ ਇੱਕਦਮ ਕੰਟਰਾਸਟ ਕਰ ਜਾਂਦਾ ਹੈ। ਨੋ ਡਾਊਟ ਜੱਟ ਦੀ ਜੂਨ ਬੁਰੀ, ਅਸੀਂ ਤੇ ਕਹਾਂ ਜੱਟਾਂ ਦੇ ਗੁਲਾਮ ਤੇ ਸਾਡੀ ਜਿਹੜੀ ਸਥਿਤੀ ਹੋ ਰਹੀ ਹੈ, ਲੇਕਿਨ ਮੈਂ ਐਸਪੀ ਜੀ ਹਲੇ ਵੀ ਆਪਣੀ ਗੱਲ ਇੱਕ ਜ਼ੋਰ ਦੇ ਕੇ ਕਹਿਣਾ ਚਾਹੁੰਦਾ, ਉਹਦੇ ਚ ਸਭ ਦਾ ਬੁਰਾ ਹਾਲ ਹੋ ਰਿਹਾ ਜੀ। ਮੈਂ ਲੇਕਿਨ ਇੱਕ ਗੱਲ ਤੇ ਜ਼ੋਰ ਦੇ ਕੇ ਕਹਿਣਾ ਚਾਹ ਰਿਹਾ ਕਿ ਜਿਹੜੀ ਪਬਲਿਕ ਸਪੈਂਡਿੰਗ ਹੈਗੀ ਹੈ ਉਹਦੇ ਚ ਮੈਂ ਇੱਕ ਕੰਟਰਾਸਟ ਦਿਖਾਣਾ ਚਾਹ ਰਿਹਾ। ਇਸੇ ਚੰਡੀਗੜ੍ਹ ਸ਼ਹਿਰ ਦੇ ਵਿੱਚ ਇੱਕ ਬੰਦਾ ਹਜੇ ਪਰਸੋਂ ਚੌਥੇ ਮਰ ਜਾਂਦਾ ਸੀਵਰ ਦੇ ਵਿੱਚ ਉਤਰ ਕੇ, 25 ਸਾਲ ਦਾ ਨੌਜਵਾਨ ਸੀਵਰ ਦੇ ਵਿੱਚ ਉਤਰਿਆ ਤੇ ਮਰ ਗਿਆ। ਔਰ ਇਸੇ ਚੰਡੀਗੜ੍ਹ ਸ਼ਹਿਰ ਦੇ PGI ਦੇ ਵਿੱਚ 1-2 ਮਹੀਨੇ ਪਹਿਲਾਂ ਹੀ ਕਈ ਕਰੋੜ ਰੁਪਏ ਦੀ ਰੋਬੋਟਿਕ ਸਰਜਰੀ ਵਾਸਤੇ ਮਸ਼ੀਨ ਲੈ ਕੇ ਆਈ ਜਾਂਦੀ ਹੈ। ਟੈਕਨੀਕ ਦਾ ਫਾਇਦਾ ਕਿੱਦਾਂ ਦੇਣਾ ਹੈ? ਇੱਕ ਰੋਬੋਟਿਕ ਸਰਜਰੀ ਕੀਤੀ ਜਾਣੀ ਹੈ ਜਿਹੜਾ ਡਾਕਟਰ ਅਦਰਵਾਈਜ਼ ਪਰਫਾਰਮ ਕਰ ਰਿਹਾ ਹੈ, ਕੁਆਲੀਫਾਈਡ ਐਕਸਪੀਰੀਐਂਸਡ ਹਾਈ ਕਲਾਸ ਡਾਕਟਰ ਸਾਡੇ ਕੋਲ ਮੌਜੂਦ ਨੇ। ਟੈਕਨੋਲੋਜੀ ਆਈ ਹੈ ਤਾਂ ਉਹਦੇ ਤੇ ਇੰਨਾ ਪੈਸਾ ਖਰਚਿਆ ਜਾ ਰਿਹਾ ਹੈ, ਉਹਦੇ ਤੇ ਇਮੀਡੀਏਟਲੀ ਬਿਹਤਰ ਟੈਕਨੋਲੋਜੀ ਆਂਦੀ ਹੈ ਤੇ ਉਹਦੇ ਤੇ ਬੜਾ ਗਰਵ ਕੀਤਾ ਜਾਂਦਾ ਹੈ ਕਿ ਹੁਣ ਸਾਡੇ ਇੱਥੇ ਰੋਬੋਟਿਕ ਸਰਜਰੀ ਹੋਏਗੀ। ਲੇਕਿਨ ਪ੍ਰਾਇੋਰਟੀ ਭੁੱਲ ਜਾਂਦੀ ਹੈ ਵੀ ਹਜੇ ਸੀਵਰੇਜ ਦੇ ਵਿੱਚ ਰੋਬੋਟਿਕ ਸਰਜਰੀ ਅਜੇ ਅਵੇਲੇਬਲ ਨਹੀਂ ਹੋਵੇਗੀ, ਇਹ ਤਾਂ ਪੱਕਾ ਹੈ, ਕਿਉਂਕਿ ਉਹਦੇ ਲਈ ਤਾਂ ਸੀਵਰ ਚ ਉਤਰਨ ਵਾਲੀ ਕਿੱਟ ਅਜੇ ਅਵੇਲੇਬਲ ਨਹੀਂ ਸੀ। ਯੈਸ ਮੈਂ ਇਸ ਗੱਲ ਦੇ ਉੱਤੇ ਕਹਿਣਾ ਚਾਹ ਰਿਹਾ ਹਾਂ ਕਿ ਰੋਬੋਟਸ ਦੀ ਪਹਿਲੀ ਇੰਸਟਾਲੇਸ਼ਨ ਕਿੱਥੇ ਹੋਣੀ ਚਾਹੀਦੀ ਹੈ। ਮੈਂ ਕਹਾਂਗਾ ਕਿ ਇੱਕ ਜੇ ਪਹਿਲਾਂ ਸੀਵਰੇਜ ਕਲੀਨਿੰਗ ਰੋਬੋਟਸ ਕਰਨਗੇ, ਜੀ PGI ਦੇ ਵਿੱਚ ਆਪਰੇਸ਼ਨ ਰੋਬੋਟਸ ਬਾਅਦ ਚ ਕਰਨਗੇ। ਜੀ ਮੈਨੂੰ ਲੱਗਦਾ ਇਹ ਕੰਟਰਾਸਟ ਸਾਨੂੰ ਪੇਸ਼ ਕਰਨਾ ਪੈਣਾ ਸਾਨੂੰ ਆਪਣੇ ਅੰਦਰੋਂ ਨਸਲੀ ਰੰਗ ਭੇਦ ਖਤਮ ਕਰਨ ਲਈ। और मुझे ये भी कहना पड़ेगा ਸਫਾਈ ਸੇਵਕਾਂ ਦੀ ਜਾਤ ਪੁੱਛਣੀ ਸ਼ੁਰੂ ਕਰੀਏ, ਗਟਰ ਦੇ ਵਿੱਚ ਉਤਰਨ ਵਾਲਿਆਂ ਦੀ ਜਾਤ ਪੁੱਛਣੀ ਸ਼ੁਰੂ ਕਰੀਏ, ਤੇ ਨਿਊਜ਼ ਰੂਮ 'ਚ ਬੈਠੇ ਹੋਏ ਨਿਊਜ਼ ਰੂਮ ਦੇ ਵਿੱਚ ਐਡੀਟਰਾਂ ਤੇ ਪੱਤਰਕਾਰਾਂ ਦੀਆਂ ਜਾਤਾਂ ਵੀ ਚੈੱਕ ਕਰੀਏ ਤੇ ਇਹ ਲੱਭੀਏ ਕਿ ਇਹਨਾਂ ਦੀ ਜਾਤ ਵਿੱਚ ਕਦੀ ਸਾਡੇ ਵਾਲੀ ਜਾਤ ਦੇ ਲੋਕ क्यों नहीं मिलते गटर दे विच, क्यों हमेशा एक खास। मुझे लगता है शिक्षा को एक पहल लेनी पड़ेगी क्योंकि शिक्षण संस्थानों में जिस तरीके से संस्कृति को पढ़ाया जा रहा है या संस्कृति के बारे में जो हमारे विचार हैं, अगर हम अपनी संस्कृति का सम्मान करते हैं तो हमें दूसरे की संस्कृति का वैसे ही सम्मान करना पड़ेगा। जी तुहाडे नाल पूरा सहमत है, सिर्फ इन्ना ही कह के कि ਜਿਹੜੇ ਮੰਤਰੀ ਇਹ ਬਿਆਨ ਦੇ ਰਹੇ ਨੇ ਕਿ ਅਫਰੀਕਾ ਵਿੱਚ ਕਿਹੜਾ ਸਾਰੇ ਸੁਰੱਖਿਅਤ ਨੇ, ਉਹ ਵੀ ਸਿੱਖੇ ਹੋਏ ਨੇ। ਲੇਕਿਨ ਇਹੀ ਮਸਲਾ ਵੀ ਉਹ ਸਿੱਖੇ ਕਿਹੜੀ ਭਾਸ਼ਾ ਚ ਹੋਏ, ਕਿਹੜੀ ਭਾਸ਼ਾ ਸਿੱਖੇ ਨੇ, ਕਿਸ ਜਿਹੜੇ ਕਲਚਰ ਚ, ਜਿਹੜਾ ਕਲਚਰ ਸਿਖਾਇਆ ਗਿਆ ਉਹ ਸਭ ਤੋਂ ਅੱਗੇ ਵਧਣ ਬਾਰੇ ਕੀ ਸੋਚਦੇ ਨੇ, ਤੇ ਅਸੀਂ ਦੂਸਰਿਆਂ ਤੋਂ ਕਿਵੇਂ ਵੱਖ ਹਾਂ ਜਾਂ ਦੂਜੇ ਸਾਡੇ ਤੋਂ ਕਿਉਂ ਵੱਖ ਨੇ, ਤੇ ਉਹ ਵਖਰੇਵਾਂ क्यों जरूरी है, क्यों बनाया जाता है, किवें राजनीतिक टूल्स ने। ये सवाल कि सब तो ऊपर कौन है, ते जेड़ा सुपर पावर बनना है, ਇਹਦਾ ਜਿਹੜਾ ਸੁਪਨਾ ਹੈ, ਹਾਂ ਉਹ ਸੁਪਨੇ ਦੇ ਵਿੱਚ ਇਹ ਦਰਜਾ ਵੀ ਕਿਸੇ ਨੂੰ ਨੀਚੇ ਵੀ ਰੱਖਾਂਗੇ ਫੇਰ ਹੀ ਸਭ ਤੋਂ ਉੱਪਰ ਹੋਵਾਂਗੇ। ਬਿਲਕੁਲ ਤੇ ਅਗਲੀ ਵਾਰੀ ਕਿਸੇ ਚਿੱਟੀਆਂ ਕਲਾਈਆਂ ਵਾਲੀ ਨੂੰ ਸ਼ਾਪਿੰਗ ਕਰਨ ਲਿਜਾਣ ਲੱਗਿਆ ਦੇਖਣਾ, ਜੇ ਕਾਲੀਆਂ ਕਲਾਈਆਂ ਹੁੰਦੀਆਂ ਤੇ ਤੁਸੀਂ ਉਸੇ ਤਰ੍ਹਾਂ ਹੀ ਮਾਲ 'ਚ ਸ਼ਾਪਿੰਗ ਕਰਾਉਂਦੇ ਜਾਂ ਨਹੀਂ, ਇਹ ਤੁਹਾਨੂੰ ਆਪਣੇ ਬਾਰੇ, ਮੇਰੇ ਬਾਰੇ, ਸਾਡੇ ਸਮਾਜ ਬਾਰੇ ਕਈ ਕੁਝ ਦੱਸੇਗਾ। ਕਾਲੀਆਂ ਕਲਾਈਆਂ ਵਾਲਾ ਕੋਈ ਗਾਣਾ ਹੋਵੇ ਤਾਂ ਸਾਨੂੰ ਜ਼ਰੂਰ ਲਿਖ ਭੇਜਣਾ। ਅੱਜ ਲਈ ਇੰਨਾ ਹੀ, ਧੰਨਵਾਦ ਤੇ ਜੈ ਹਿੰਦ।